प्रभ पास जन की अरदास, तू सच्चा साईं, तू रखवाला सदा सदा, हो तुद ध्याई। तू रखवाला सदा सदा, हो तुद ध्याई। वाहिगुरु जी का खालसा, वाहिगुरु जी की फतेह। धन धन गुरु अर्जन देव महाराज सच्चे पातशाह जी राग आसा दे विच प्रीतम निरंकार सच्चे पातशाह दे नाल जुड़न दा ज्ञान इस संसार नूं बख्शिश कर रहे ने। हुण तक जो आप जी दे नाल निरंकार की कृपा दे नाल जो सतगुर सच्चे पातशाह जी रहमत करते ने, अंग 406 तक आप जी की सेवा हुई है। हुण फिर भी अजे अंग 406 तो ही बाणी चल रही है भाई। जिहड़ा एक पहला आपां शब्द साझा कीता सी, सतयुग त्रेता द्वापर भणिए, कलयुग उत्तमो जग माहे। पिछले अध्याय तो बाद मैं इहदे बारे बहुत सोचा, वाहिगुरु निरंकार सच्चे पातशाह ने क्यों ये कलयुग नूं क्यों उत्तम किया है। ते नाल ही महाराज सच्चे पातशाह ने वचन आख दिता, ऐ कर करे सो ऐ कर पाए, कोई न पकड़िए किसे थाए। तो ये जो मैं दोबारा सोचा ये बारे ये सी कि जिहड़ा सतयुग है, द्वापर ते त्रेता, ये तिन्ना युगां बारे जिहड़ी संत अमीर सिंह उन्हां दी पोथी है, ਉਹਦੇ ਵਿੱਚ ਇਸ थोड़ा ਜਿਹਾ ਸਾਨੂੰ ਵਿਖਿਆਨ ਪ੍ਰਾਪਤ ਹੋਇਆ। ਤੇ ਇਸ ਕਰਕੇ ਆਪ ਜੀ ਨਾਲ ਟੂਕ ਮਾਤਰ ਉਹ ਸਾਂਝਾ ਕਰਨਾ ਚਾਹੁੰਦੇ ਹਾਂ। ਸਤਯੁਗ ਦੇ ਵਿੱਚ ਕਹਿੰਦੇ ਜਿਸ ਵੇਲੇ ਕੋਈ ਜੀਵ ਪਾਪ ਕਰਿਆ ਕਰਦਾ ਹੁੰਦਾ ਸੀ ਨਾ, ਤੇ ਉਹ ਪਾਪ ਦੇ ਸਾਰਾ ਜਿਹੜਾ उसका देश हुंदा सी, राज हुंदा सी, वो सारा राज ही दे विच जिहड़े जीव हुंदे सन वो दोषी बन जाया करते सन। इहदे विच साखियां भी दित्तियां ने, पर खैर आपां साखियां दे नाल ना जुड़ीए। इस करके जिहड़ा सतयुग है इस नूं भी बहुता उत्तम नहीं सी मन्निया गया। जिस वेले भाई त्रेता आया, त्रेते राज दे विच, त्रेते दे समय दे विच एक जीव जिहड़ा कुकर्म करिया करदा हुंदा सी, पाप कमाउंदा सी जां बुरा काम करदा सी, उस दे पिछे पूरी नगरी नूं दुख दिता जांदा हुंदा सी। जिद्दां उन्हां ने ये उदाहरणां दित्ती है, रावण ने सीता चक के लै गया ते सारी ही लंका नूं इसदा दोष प्राप्त होया, लंका साड़ दी गई। ते द्वापर दे विच जिहड़ा एक जिहड़ा भी पुरुष पाप कमाया करदा हुंदा सी, भैड़ा कर्म करदा सी, ओहदी कुल दा नाश कीता जांदा सी, ओहदी कुल नाश हो जांदे सी, जिस तरह यादव कुल दा नाश होया। ते कलयुग दे विच जिहड़ा कुकर्म करदा है उस नूं ही सज़ा भुगतनी पैंदी है, ना उहदे परिवार नूं, ना उहदे नगर निवासियां नूं, ना ही उहदे राज दे विच किसी होर नूं सज़ा नहीं दित्ती जांदी। सो इस करके महाराज सच्चे पातशाह ने कलयुग नूं उत्तम आख्या है। जो अर्थ महाराज सच्चे पातशाह ने कराए सन वो अर्थ भावना वाले सन। ये कलयुग दे विच जो कुकर्मी हट के सतगुर दे नाल जुड़ जांदा, उस करके ਇਹ कलयुग ਦੇ ਵਿੱਚ ਪਾਪ ਘਟਦੇ ਜਾਂਦੇ ਹਨ ਤੇ ਪਾਪ ਵੱਧਦੇ ਵੀ ਜਾਂਦੇ ਹਨ। ਇਹ ਉਹਦੀ ਰਜ਼ਾ ਹੈ ਕਿਹੜੇ ਰੂਪ ਦੇ ਵਿੱਚ, ਪਰ ਇਸ ਕਰਕੇ ਕਲਯੁਗ ਨੂੰ ਉੱਤਮ ਆਖਿਆ ਗਿਆ। ਤੇ ਆਓ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਅਗਾਂਹ ਆਪਣੇ ਉੱਤੇ ਕਿਰਪਾ ਕਰਦੇ ਨੇ ਉਹਦੇ ਨਾਲ ਜੁੜੀਏ। ਰਾਗ ਆਸਾ ਮਹਲਾ ਪੰਜਵਾਂ ਕਰ ਤੇਰਵਾਂ
ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਉੱਤੇ ਮਿਹਰ ਕਰਦੇ ਨੇ। ਕਹਿੰਦੇ ਦੇਖੋ ਭਾਈ, ਹੁਣ ਉਹ ਪ੍ਰਮਾਤਮਾ ਜਿਹੜਾ ਹੈ, ਵਾਹਿਗੁਰੂ ਜੀ ਜਿਹੜੇ ਨੇ, ਉਹ ਕਿਸ ਰੂਪ ਦੇ ਵਿੱਚ ਆਪਣੇ ਪਿਆਰਿਆਂ ਦੇ ਉੱਤੇ ਕਿਰਪਾ ਕਰਦੇ ਨੇ। ਰਾਗ ਆਸਾ ਬਾਣੀ ਦੇ ਕਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 13ਵੇਂ ਤਾਲ ਦੇ ਵਿੱਚ ਗਾਉਣ ਵਾਸਤੇ ਸਤਿਗੁਰਾਂ ਨੇ ਹੁਕਮ ਲਾਇਆ ਹੈ। ਛੋਟਾ ਮੰਗਲ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ। ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਇਸ ਸੰਸਾਰ ਦੇ ਉੱਤੇ ਵੱਡੇ ਭਾਗਾਂ ਦੇ ਨਾਲ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਨਿਰੰਕਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਆਸਰਾ ਤੇ ਓਟ ਲੈ ਕੇ, ਗਿਆਨ ਲੈ ਕੇ ਅਸੀਂ, ਇਹ ਸਾਡੇ ਗੁਰੂ ਨੇ, ਇਹ ਸਾਡੇ ਗੁਰੂ ਜੀ ਨੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਸੰਸਾਰ ਦੇ ਉੱਤੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਉਹ ਨਿਰੰਕਾਰ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਸਕਦੇ ਹਾਂ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਵਾਹਿਗੁਰੂ ਦੇ ਬਚਨ ਕਿਹੜੇ ਨੇ? ਵਾਹਿਗੁਰੂ ਦੇ ਬਚਨ ਨੇ ਗੁਰਬਾਣੀ, ਧੁਰ ਕੀ ਬਾਣੀ। ਮਿਹਰਬਾਨ ਦਿਆਲੂ ਕਿਰਪਾਲੂ ਨੇ ਹਮਾਰੀ ਪਿਆਰੀ ਅੰਮ੍ਰਿਤਧਾਰੀ ਜਿਹੜੀ ਬਾਣੀ ਹੈ, ਇਸ ਨੂੰ ਸਤਿਗੁਰ ਦੇ ਇਹ ਬਚਨ ਨੇ। ਤੇ ਸਤਿਗੁਰ ਜੀ ਜਿਹੜੇ ਤੁਹਾਡੇ ਆਪ ਜੀ ਦੇ ਬਚਨ ਨੇ ਨਾ, ਜਿਹੜੇ ਇੱਥੇ ਨਿਰਗੁਣ ਜੀਵ ਨੇ, ਜਿਨ੍ਹਾਂ ਦੇ ਵਿੱਚ ਗੁਣ ਕੋਈ ਨਹੀਂ, ਉਹ ਵੀ ਜਿਸ ਵੇਲੇ ਆਣ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੈਠ ਜਾਂਦੇ ਨੇ, ਆਪ ਉਹਨਾਂ ਨੂੰ ਗਿਆਨ ਦੇ ਕੇ ਇਹ ਸੰਸਾਰ ਦੇ ਉੱਤੇ ਤਾਰ ਦਿੰਦੇ ਹੋ। ਰਹਾਉ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਜਿਹੜੇ ਮਹਾ ਵਿਖਾਦੀ, ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ। ਵਿਖਾਦੀ ਵੈਸੇ ਕਹਿੰਦੇ ਹੁੰਦੇ ਨੇ ਝਗੜਾਲੂ, ਜਿਹਦਾ ਬਹੁਤ ਝਗੜਾਲੂ ਸੁਭਾਅ ਹੋਵੇ। ਕਹਿੰਦੇ ਕੋਈ ਇਸ ਤਰ੍ਹਾਂ ਦਾ ਝਗੜਾਲੂ ਜੀਵ ਜਿਹਦਾ ਸੁਭਾਅ ਇਸ ਤਰ੍ਹਾਂ ਦਾ ਹੋਵੇ, ਹਰ ਵੇਲੇ ਹੀ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਵੇ, ਉਹ ਇਹਨਾਂ ਨੂੰ ਛੱਡ ਕੇ, ਉਹਨਾਂ ਬੰਧਨਾਂ ਦੇ ਵਿੱਚੋਂ, ਉਹਨਾਂ ਤੱਤਾਂ ਦੇ ਵਿੱਚੋਂ, ਉਸ ਰਸਾਂ ਕਸਾਂ ਨੂੰ ਛੱਡ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਜਾਵੇ। ਸਤਿਗੁਰ ਜੀ ਉਸ ਤਰ੍ਹਾਂ ਦੇ ਪਤਤ ਨੂੰ ਵੀ ਪਨੀਤ ਕਰਕੇ ਇਹ ਸੰਸਾਰ ਦੇ ਉੱਤੇ ਉਹਨੂੰ ਪਨੀਤ ਬਣਾ ਦਿੰਦੇ, ਪ੍ਰੀਤ ਕਹਿੰਦੇ ਨੇ, ਪਵਿੱਤਰ ਬਣਾ ਦਿੰਦੇ ਹਨ। ਜਨਮ ਪਵਨ ਤੇ ਨਰਕ ਪੜਨ ਤੇ ਤਿਨਕੇ ਕੁਲ ਉਧਾਰੇ। ਜੋ ਜਨਮ ਭਵਨ ਤੇ, ਜਨਮ ਮਰਨ ਦੇ ਗੇੜ ਦੇ ਵਿੱਚ ਹੀ ਪੈ ਰਹਿੰਦੇ ਨੇ, 84 ਲੱਖ ਜੂਨ ਦੇ ਵਿੱਚ ਆਉਂਦੇ ਜਾਂਦੇ ਨੇ। ਜੇ ਕਿਤੇ ਉਹਨਾਂ ਨੂੰ ਵੀ ਸਮਝ ਆ ਜਾਵੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਦੇ ਅੰਚਲ ਨੂੰ ਫੜ ਲਵਣ, ਸਤਿਗੁਰ ਦੇ ਗਿਆਨ ਦੇ ਧਾਰਨੀ ਹੋ ਜਾਵਣ, ਨਿਰੰਕਾਰ ਜੀ ਕਹਿੰਦੇ ਨੇ ਉਹਨਾਂ ਦੀਆਂ ਕੁੱਲਾਂ ਵੀ ਤਾਰ ਦਿੰਦੇ ਹਾਂ। ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ। ਜਿਸ ਨੂੰ ਕੋਈ ਨਹੀਂ ਜਾਣਦਾ, ਕੋਈ ਨਹੀਂ ਮੰਨਦਾ, ਉਸ ਤੋਂ ਉਪਰੰਤ ਜਿਹਨੂੰ ਕਿਤੇ ਵੀ ਵਡਿਆਈ ਨਹੀਂ ਮਿਲਦੀ, ਉਹ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦਾ ਅੰਚਲ ਫੜ ਲੈਂਦਾ, ਪੱਲਾ ਫੜ ਲੈਂਦਾ, ਨਿਰੰਕਾਰ ਦੀ ਬੰਦਗੀ ਦੇ ਵਿੱਚ ਬੈਠ ਜਾਂਦਾ, ਉਸ ਦੀ ਸੰਸਾਰ ਦੇ ਉੱਤੇ ਨਿਰੰਕਾਰ ਦੀ ਵਡਿਆਈ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ। ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਕਿਹੜੇ ਰੂਪ ਦੇ ਨਾਲ ਆਪ ਜੀ ਦੀ ਉਪਮਾ ਕਰਾਂ, ਕਿਹੜੀ ਵਡਿਆਈ ਆਪ ਜੀ ਨੂੰ ਦੇਵਾਂ। ਮੈਂ ਤਾਂ ਇੰਨਾ ਹੀ ਕਹਿ ਸਕਦਾ ਹਾਂ, ਨਿਰੰਕਾਰ ਜੀ ਆਪ ਏਡੇ ਸਮਰੱਥ ਹੋ, ਮੈਂ ਆਪ ਜੀ ਦੇ ਉੱਤੋਂ ਖਿਨ ਖਿਨ, ਰੋਮ ਰੋਮ ਕਰਕੇ ਬਲਿਹਾਰੇ ਜਾਂਦਾ ਹਾਂ। ਆਸਾ ਮਹਲਾ ਪੰਜਵਾਂ ਬਾਵਰ ਸੋਏ ਰਹੇ ਰਹਾਉ, ਮੋਹ ਕੁਟੰਬ ਵਿਖੇ ਰਸ ਮਾਤੇ, ਮਿਥਿਆ ਗਹਿਨ ਗਹੇ। ਬਾਬਰ ਕਹਿੰਦੇ ਨੇ ਮਨਮੁਖ ਨੂੰ, ਝੱਲੇ ਨੂੰ ਵੀ ਵੈਸੇ ਆਖਿਆ ਹੈ। ਕਹਿੰਦੇ ਜਿਹੜੇ ਸਤਿਗੁਰ ਨਾਲੋਂ ਟੁੱਟੇ ਹੋਏ ਨੇ, ਉਹ ਮਾਇਆ ਦੇ ਬੰਧਨਾਂ ਦੇ ਵਿੱਚ, ਐਸੇ ਮੋਹ ਦੇ ਵਿੱਚ ਫਸੇ ਹੁੰਦੇ ਨੇ, ਉਹ ਸਦਾ ਹੀ ਸੁੱਤੇ ਰਹਿੰਦੇ ਨੇ, ਹਨੇਰੇ ਦੇ ਵਿੱਚ ਸੁੱਤੇ ਰਹਿੰਦੇ ਨੇ। ਮੋਹ ਕੁਟੰਬ ਵਿਖੇ ਰਸ ਮਾਤੇ, ਮਿਥਿਆ ਗਹਿਨ ਗਹੇ। ਰਹਾਉ ਵਿਸਰਾਮ ਲਾ ਕੇ ਸਤਿਗੁਰੂ ਜੀ ਕਹਿੰਦੇ ਨੇ, ਉਹ ਆਪਣੇ ਕੁਟੁੰਬ ਹੁੰਦਾ ਪਰਿਵਾਰ ਦੇ ਮੋਹ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ, ਜਿੱਥੇ ਵਿਖੇ ਰਸ ਆਖਿਆ ਹੈ, ਇੱਥੇ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਸਦਾ ਹੀ ਮਾਤੇ ਦਾ ਮਤਲਬ ਮਸਤ ਰਹਿੰਦੇ ਨੇ। ਮਿਥਿਆ ਗਹਿਣ ਗਏ, ਪਰ ਇਹ ਜਿਹੜੇ ਗਏ ਨੇ ਉਹ ਹੁੰਦੇ ਨੇ ਜਿਹੜੇ ਇਹ ਪਦਾਰਥਾਂ ਦੇ ਵਿੱਚ ਫਸੇ ਹੋਏ ਹੁੰਦੇ ਨੇ। ਉਹ ਪਦਾਰਥ ਸਾਰੇ ਹੀ ਮਿੱਥ ਨੇ, ਝੂਠੇ ਹਨ। ਮਿਥਨ ਮਨੋਰਥ
ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ। ਮਿਥਨ ਮਨੋਰਥ ਸੁਪਨ ਆਨੰਦ, ਜਿਹੜੇ ਵੀ ਪਦਾਰਥ ਮਨੋਰੰਜਨ ਵਾਸਤੇ, ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ, ਕੋਈ ਨਾਚ, ਕੋਈ ਤਾਲ, ਕੋਈ ਹੋਰ ਅਨੇਕਾਂ ਤਰ੍ਹਾਂ ਦੇ ਵਿਕਾਰ ਜਿਨ੍ਹਾਂ ਦੇ ਨਾਲ ਜੀਵ ਸੋਚਦਾ ਵੀ ਮੈਂ ਬਹੁਤ ਆਨੰਦ ਦੇ ਵਿੱਚ ਹਾਂ, ਬਹੁਤ ਖੁਸ਼ ਹਾਂ, ਉਹ ਮਨੋਰੰਜਨ ਵਾਸਤੇ। ਕਹਿੰਦੇ ਉਹ ਸਾਰੇ ਜਿਨ੍ਹਾਂ ਨੂੰ ਉਹ ਆਨੰਦ ਸਮਾਨ ਸਮਝਦਾ, ਉਹ ਸਾਰੇ ਹੀ ਸੁਪਨੇ ਦੇ ਪ੍ਰਥਾਏ ਨੇ। ਜਦੋਂ ਸੁਪਨਾ ਟੁੱਟਦਾ ਉਹ ਸਾਰੇ ਖਤਮ ਹੋ ਜਾਂਦੇ ਨੇ। ਇਸੇ ਤਰ੍ਹਾਂ ਉਹ ਵੀ ਮਿੱਥ ਨੇ। ਕਹਿੰਦੇ ਉਲਾਸ ਮਨਮੁਖ ਸਤ ਕਹੇ, ਪਰ ਜਿਹੜੇ ਗੁਰੂ ਨਿਰੰਕਾਰ ਤੋਂ ਟੁੱਟੇ ਹੋਏ ਮਨਮੁਖ ਜੀਵ ਨੇ, ਉਹ ਉਹਨਾਂ ਨੂੰ ਸਤ ਕਹਿੰਦੇ ਨੇ, ਉਹਨਾਂ ਨੂੰ ਸੱਚ ਮੰਨ ਕੇ ਬਹਿੰਦੇ ਨੇ, ਪਰ ਉਹਨਾਂ ਨੂੰ ਨਿਰੰਕਾਰ ਜੀ ਗਿਆਨ ਦਿੰਦੇ ਨੇ। ਕਹਿੰਦੇ ਉਹ ਵੀ ਸਭ ਝੂਠੇ ਹੀ ਨੇ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ। ਜਿਹੜਾ ਅੰਮ੍ਰਿਤ ਵਰਗਾ ਸਦਾ ਅਮਰ ਰਹਿਣ ਵਾਲਾ ਵਾਹਿਗੁਰੂ ਨਿਰੰਕਾਰ ਜੀ ਦਾ ਨਾਮ ਹੈ, ਉਸ ਪਦਾਰਥ ਨਾਮ ਜਪਣ ਨੂੰ, ਸੇਵਾ ਕਰਨ ਨੂੰ, ਜੀਵਨ ਦੇ ਵਿੱਚ ਤਬਦੀਲੀਆਂ ਲਿਆ ਕੇ ਜਨਮ ਮਰਨ ਖਤਮ ਕਰਨ ਵਾਸਤੇ ਕੋਈ ਉਪਰਾਲਾ ਜਿਹੜਾ ਕਰਨਾ ਹੁੰਦਾ ਹੈ, ਉਹਦੇ ਕੋਲੋਂ ਜਿਹੜਾ ਮਨਮੁਖ ਜੀਵ ਆ ਉਹ ਤਾਂ ਸੰਗਦਾ, ਸ਼ਰਮ ਕਰਦਾ, ਗੁਰਦੁਆਰੇ ਜਾਣ ਵਾਸਤੇ ਵੀ ਸ਼ਰਮ ਕਰਦਾ, ਧਰਮ ਸਥਾਨ ਤੇ ਜਾਣ ਤੇ ਸ਼ਰਮ ਕਰਦਾ, ਸੱਚਿਆਂ ਦੀ ਸੰਗਤ ਦੇ ਵਿੱਚ ਬਹਿਣ ਵਾਸਤੇ ਵੀ ਉਹਨੂੰ ਸ਼ਰਮ ਆਉਂਦੀ, ਹਿਆ ਆਉਂਦੀ, ਤੇ ਉਹ ਆਪਣੇ ਆਪ ਨੂੰ ਕਿਉਂਕਿ ਬਹੁਤ ਵੱਡਾ ਸਮਝਦਾ ਹੁੰਦਾ, ਪਰ ਹੁੰਦਾ ਉਹ ਮਿੱਥ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਸੁੱਤਾ ਹੋਇਆ। ਕਹਿੰਦੇ ਤਿਲ ਮਰਮ ਨਾ ਲਹੇ। ਕਹਿੰਦੇ ਉਹ ਮੂਰਖ ਜੀਵ ਜਿਹੜਾ ਹੁੰਦਾ, ਉਹ ਤਿਲ ਮਾਤਰ ਵੀ ਉਹ ਸਾਰੇ ਅਕਾਲ ਪੁਰਖ ਨਿਰੰਕਾਰ ਸੰਸਾਰ ਦੇ ਮਾਲਕ ਦਾ ਤਿਲ ਮਾਤਰ ਵੀ ਉਹਨੂੰ ਭੇਦ ਨਹੀਂ, ਰਤੀ ਮਾਤਰ ਵੀ ਉਹਨੂੰ ਭੇਦ ਨਹੀਂ ਪ੍ਰਾਪਤ ਹੁੰਦਾ। ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੇ। ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਫਿਰ ਆ ਜਾਂਦੇ ਨੇ, ਵੱਡੇ ਵੱਡੇ ਮਹਾ ਜਿਹੜੇ ਇਸ ਤਰ੍ਹਾਂ ਦੇ ਆਏ ਨੇ, ਮਹਾ ਪਾਪੀ ਵੀ ਆਏ ਨੇ, ਜਿਹੜੇ ਦੈਂਤ ਵੀ ਆਏ ਨੇ, ਉਹ ਜਿਹੜੇ ਸਾਰੇ ਆਏ ਨੇ, ਉਹਨਾਂ ਨਿਰੰਕਾਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਣ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰ ਲੈਂਦੇ ਨੇ, ਸਤਿਗੁਰ ਦੇ ਹੁਕਮ ਨੂੰ ਮੰਨ ਲੈਂਦੇ ਨੇ, ਸਤਿਗੁਰ ਦੀ ਰਜ਼ਾ, ਸਤਿਗੁਰ ਦੇ ਗਿਆਨ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਨੇ, ਤੇ ਨਿਰੰਕਾਰ ਦੀ ਸੱਚੇ ਪਾਤਸ਼ਾਹ ਦੀ ਸਤ ਸੰਗਤ ਦੇ ਵਿੱਚ ਬੈਠ ਕੇ, ਬਖਸ਼ਿਆਹਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹ ਨਾਮ ਦੇ ਨਾਲ ਜੁੜ ਜਾਂਦੇ ਨੇ। ਗੁਰੂ ਨਿਰੰਕਾਰ ਕਿਰਪਾ ਕਰਦੇ ਨੇ, ਉਹ ਵੀ ਇਦੂ ਸੰਸਾਰ ਦੇ ਉੱਤੋਂ ਪਵਿੱਤਰ ਹੋ ਕੇ ਤਰ ਜਾਂਦੇ ਹਨ। ਆਸਾ ਮਹਿਲਾ ਪੰਜਵਾਂ ਤਿਪਦੇ ਓਹਾ ਪ੍ਰੇਮ ਪਿਰੀ ਰਹਾਉ। ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾ, ਓਹਾ ਪ੍ਰੇਮ ਪਿਰੀ, ਉਹ ਪ੍ਰਮਾਤਮਾ ਜਿਹੜਾ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਹੈ, ਉਹ ਸਿਰਫ ਪ੍ਰੇਮ ਦਾ ਹੀ ਭੁੱਖਾ ਹੈ, ਉਹਨੂੰ ਹੋਰ ਕੋਈ ਚੀਜ਼ ਦੀ ਜ਼ਰੂਰਤ ਨਹੀਂ, ਉਹ ਪ੍ਰੇਮ ਦਾ ਭੁੱਖਾ ਹੈ। ਕਹਿੰਦੇ ਕਨਕ ਕਹਿੰਦੇ ਨੇ ਸੋਨੇ ਨੂੰ, ਮਾਣਕ ਜਿਹੜੇ ਆ ਮੋਤੀ ਹੁੰਦੇ ਨੇ, ਤੇ ਗਜ ਮੋਤੀਆਂ। ਗਜ ਦਾ ਮਤਲਬ ਹੁੰਦਾ ਹਾਥੀ। ਵੈਸੇ ਹਾਥੀ ਤੋਂ ਮਤਲਬ ਹੋ ਗਿਆ ਵੱਡਾ। ਹੁਣ ਵੱਡਾ ਤੋਂ ਇੱਥੇ ਆਏਗਾ ਵੱਡੇ ਵੱਡੇ ਮੋਤੀ ਜਿਹੜੇ ਨੇ, ਉਹਨਾਂ ਨੂੰ ਗਜ ਮੋਤੀਆਂ, ਵੱਡੇ ਵੱਡੇ ਮੋਤੀ ਨੇ ਜਿਹੜੇ ਨੇ, ਤੇ ਲਾਲਨ ਜਿਹੜੇ ਲਾਲ ਹੁੰਦੇ ਨੇ, ਉਹਨਾਂ ਦੇ ਨਾਲ ਵੀ ਉਹ ਪ੍ਰਮਾਤਮਾ ਵਾਹਿਗੁਰੂ ਜੀ ਨਹੀਂ ਪਾਇਆ ਜਾ ਸਕਦਾ, ਸਿਰਫ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਚੀਜ਼ਾਂ ਦੇ ਭੁੱਖੇ ਵੀ ਨਹੀਂ ਹਨ। ਉਹ ਤਾਂ ਉਹਨਾਂ ਸਾਰੀਆਂ ਵਸਤੂਆਂ ਦੇ ਆਪ ਮਾਲਕ ਹਨ, ਸਿਰਫ ਉਹ ਪ੍ਰੇਮ ਦੇ ਹੀ ਭੁੱਖੇ ਹੁੰਦੇ ਹਨ। ਤੇ ਉਹਨਾਂ ਦੇ ਪ੍ਰੇਮ ਦੇ ਪਰਥਾਏ, ਪ੍ਰੇਮ ਦੇ ਬਰੋਬਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਇਹ ਤੁਸ਼ ਹਨ। ਰਾਜ ਨ ਭਾਗ ਨਾ ਹੁਕਮ ਨ ਸਾਧਨ, ਕਿਛ ਕਿਛ ਨਾ ਚਾਹੀ। ਕਹਿੰਦੇ ਜਿਹੜੇ ਰਾਜ ਕਰਨ ਵਾਲੇ ਨੇ, ਭੋਗ ਭੋਗਣ ਵਾਲੇ ਹੁੰਦੇ ਨੇ, ਤੇ ਕਹਿੰਦੇ ਜਿਹੜੇ ਹੁਕਮ ਦੂਸਰਿਆਂ ਦੇ ਉੱਤੇ ਚਲਾਉਣ ਵਾਲੇ ਹੁੰਦੇ ਨੇ, ਉਹ ਇਹਦੇ ਵਿੱਚ ਭਾਵੇਂ ਆਨੰਦ ਪ੍ਰਾਪਤ ਕਰਦੇ ਨੇ ਵੀ ਮੇਰਾ ਹੁਕਮ ਇਹਨਾਂ ਦੇ ਉੱਤੇ ਚੱਲਦਾ, ਪਰ ਇਹ ਸਭ ਕੁਝ ਵੀ ਜਿਹੜਾ ਹੈ, ਇਹ ਸਭ ਕੁਝ ਝੂਠਾ ਹੈ। ਇਹ ਗੁਰੂ ਨਿਰੰਕਾਰ ਦੇ ਲਾਗੇ ਨਹੀਂ ਜੀਵ ਨੂੰ ਲੈ ਕੇ ਜਾ ਸਕਦਾ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਬਰੋਬਰ ਇਹ ਵੀ ਤੁਸ਼ ਹਨ। ਚਰਨਨ ਸਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ। ਜਿਹੜੇ ਜੀਵ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਤੇ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ,
ਸਤਿਗੁਰ ਦੇ ਬਖਸ਼ਾਂ ਨੂੰ ਨਮਸਕਾਰਾਂ ਕਰਦੇ ਨੇ, ਬੰਦਨਾ ਕਰਦੇ ਨੇ ਭਾਈ, ਉਹ ਲੋਕ ਪਰਲੋਕ ਦੇ ਵਿੱਚ ਸਦਾ ਸੁਖ ਪਾਉਂਦੇ ਹਨ। ਨਾਨਕ ਤਪਤ ਹਰੀ ਮਿਲੇ ਪ੍ਰੇਮ ਪੀਰੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਮਨਮੁਖ ਜੀਵ ਹੈ ਜਦੋਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਮੱਚ ਰਹੀ ਹੁੰਦੀ ਆ, ਸਤਿਗੁਰ ਜੀ ਉਹਨੂੰ ਤ੍ਰਿਪਤ ਕਰਕੇ ਸਾਰੀ ਅੱਗ ਖਤਮ ਕਰ ਦਿੰਦੇ ਨੇ, ਤਪਸ਼ ਦੂਰ ਕਰ ਦਿੰਦੇ ਨੇ ਉਸ ਦੀ, ਤੇ ਮਿਲੇ ਪ੍ਰੇਮ ਪੀਰੀ। ਤੇ ਜਿਹੜੇ ਪ੍ਰੇਮ ਦੇ ਵਿੱਚ ਭਿੱਜ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਪ੍ਰੇਮ ਕਰਨ ਲੱਗ ਪੈਂਦੇ ਨੇ, ਪ੍ਰੇਮ ਨੂੰ ਧਾਰਨ ਕਰ ਲੈਂਦੇ ਨੇ, ਉਹਨਾਂ ਨੂੰ ਪ੍ਰਮਾਤਮਾ ਜੀ ਆਪ ਮਿਲ ਜਾਂਦੇ ਹਨ। ਆਸਾ ਮਹਿਲਾ ਪੰਜਵਾਂ ਗੁਰੇ ਦਿਖਾਇਓ ਲੋਏ ਨਾ ਰਹਾਓ। ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ, ਗੁਰੇ ਦਿਖਾਇਓ ਲੋਏ, ਮੇਰੇ ਬਹੁਤ ਉੱਚੇ ਸੱਚੇ ਭਾਗ ਬਣ ਗਏ ਉਹ ਨਿਰੰਕਾਰ ਦਾ। ਮੈਂ ਜਦੋਂ ਦਾ ਜਨ ਬਣਿਆ, ਦਾਸ ਬਣਿਆ, ਜੀਵ ਆਖ ਰਿਹਾ ਕਿ ਜਦੋਂ ਮੈਂ ਨਿਰੰਕਾਰ ਦੇ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਣ ਕੇ ਉਹਦੇ ਬਖਸ਼ਿਆ ਹੋਇਆਂ ਦੀ ਸੰਗਤ ਦੇ ਵਿੱਚ ਜਾ ਕੇ ਗਿਆਨ ਲੈ ਕੇ ਨਾਮ ਦੇ ਨਾਲ ਜੁੜਿਆ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ ਮੈਨੂੰ ਇਹਨਾਂ ਨੇਤਰਾਂ ਦੇ ਨਾਲ ਆਪਣੇ ਦਰਸ਼ਨ ਦੇ ਦਿੱਤੇ। ਈਤੇ ਉਤੇ ਕਟ 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 ਤੂੰ ਹੀ ਮੋਹੇ ਨਾ। ਈਤੇ ਉਤੇ ਇੱਥੇ ਉੱਥੇ ਕਹਿੰਦੇ ਆਪਾਂ ਪੰਜਾਬੀ ਚ ਠੇਠ, ਲੋਕ ਤੇ ਪਰਲੋਕ ਦੇ ਸੰਸਾਰ ਦੇ ਉੱਤੇ ਵੀ ਹਰ ਇੱਕ ਦੇ ਅੰਦਰ ਤੁਸੀਂ ਸਰਵ ਵਿਆਪਕ ਹੋ ਵਾਹਿਗੁਰੂ ਜੀ, ਤੇ ਪਰਲੋਕ ਦੇ ਵਿੱਚ ਵੀ ਤੁਸੀਂ ਸਾਰਿਆਂ ਦੇ ਵਿੱਚ ਸਰਵ ਵਿਆਪਕ ਹੋ। ਘਟ ਘਟ ਤੂੰ ਹੀ ਮੋਹਿਨਾ, ਤੁਸੀਂ ਹੀ ਪੂਰਨ ਰੂਪ ਦੇ ਉੱਤੇ ਸੰਸਾਰ ਦੇ ਵਿੱਚ ਹਰ ਆਪਣੀ ਕੁਦਰਤ ਦੇ ਵਿੱਚ ਵਸੇ ਹੋਏ ਹੋ, ਤੁਸੀਂ ਹੀ ਪਰਲੋਕ ਦੇ ਵਿੱਚ ਪੂਰਨ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਵੀ ਜੋ ਜੀਵ ਹਨ ਜਾਂ ਉੱਥੇ ਜਿਹੜੇ ਵੀ ਆਪ ਜੀ ਦੇ ਪਹਿਰੇਦਾਰ ਸੇਵਾਦਾਰ ਜਾਂ ਧਰਮਰਾਜ ਵਰਗੇ ਨੇ, ਉਹਨਾਂ ਸਾਰਿਆਂ ਦੇ ਵਿੱਚ ਤੁਸੀਂ ਹੀ ਆਪ ਹੀ ਰਮੇ ਹੋਏ ਹੋ। ਕਾਰਨ ਕਰਨਾ ਤਾਰਨ ਤਰਨਾ ਇੱਕ ਇੱਕ ਸੋਹਿਨਾ। ਵਾਹਿਗੁਰੂ ਜੀ ਸਾਰੇ ਕਾਰਜ ਕਰਨ ਵਾਲੇ ਤੁਸੀਂ ਆਪ ਹੋ, ਤੁਹਾਡਾ ਹੀ ਹੁਕਮ ਹਰ ਜਗ੍ਹਾ ਦੇ ਉੱਤੇ ਚੱਲਦਾ ਹੈ। ਆ ਧਾਰਨ ਧਰਨਾ ਇਹ ਹੈ ਮਰਜ਼ਾਦਾ, ਜਿਹੜੀ ਮਰਜ਼ਾਦਾ ਆਪ ਜੀ ਨੂੰ ਚੰਗੀ ਲੱਗਦੀ ਉਹੀ ਤੁਸੀਂ ਸੰਸਾਰ ਨੂੰ ਬਖਸ਼ਿਸ਼ ਕਰਦੇ ਹੋ। ਆਪ ਹੀ ਇੱਕੋ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ, ਇੱਕ ਸੋਇਨਾ, ਤੁਸੀਂ ਸਭ ਤੋਂ ਉੱਚੇ ਸੁੱਚੇ ਸੁੰਦਰ ਤੇ ਸੋਭਨੀਕ ਵਾਹਿਗੁਰੂ ਜੀ ਹੋ। ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ। ਜਿਹੜੇ ਆਪ ਜੀ ਦੇ ਸੰਤ ਹਨ, ਜਿਹੜੇ ਆਪ ਜੀ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ, ਕਹਿੰਦੇ ਜਦੋਂ ਉਹ ਦਰਸ਼ਨ ਕਰਦੇ ਨੇ ਆਪ ਜੀ ਦੇ, ਤੇ ਪਰਸ਼ਨ ਦਾ ਮਤਲਬ ਹੁੰਦਾ ਸਤਿਗੁਰ ਦੇ ਚਰਨਾਂ ਦਾ ਜਾਂ ਸਤਿਗੁਰ ਦੇ ਗਿਆਨ ਦੇ ਧਾਰਨੀ ਹੁੰਦੇ ਨੇ, ਉਹ ਤੁਹਾਡੇ ਦਰਸ਼ਨ ਤੇ ਪਰਸ਼ਨ ਦੋਨਾਂ ਦੇ ਉੱਤੋਂ ਵਲਿਆਰੇ ਜਾਂਦੇ ਨੇ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ, ਇਹੀ ਸਾਡੇ ਉੱਤੇ ਰਹਿਮਤ ਕਰ ਦੇਵੋ ਕਿ ਅਸੀਂ ਵੀ ਆਪ ਜੀ ਦੇ ਉੱਤੋਂ ਸਾਨੂੰ ਜਾਚ ਦੇ ਦੇਵੋ, ਸਾਡੀ ਬੁੱਧੀ ਜਿਹੜੀ ਉੱਚੀ ਸੁੱਚੀ ਬਣਾ ਦੇਵੋ, ਸਾਡੇ ਮਨ ਜਿਹੜਾ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਲੱਗ ਜਾਵੇ, ਅਸੀਂ ਵੀ ਆਪ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਕਰਦੇ ਹੋਏ ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਣ। ਤੇ ਨਿਰੰਕਾਰ ਜੀ ਕਹਿੰਦੇ ਨੇ ਨਾਨਕ ਸੁਖ ਸੁਖ ਸੋਇਨਾ, ਉਹ ਜਿਹੜੇ ਹੁੰਦੇ ਨੇ ਭਾਈ ਉਹ ਸੁੱਖਾਂ ਦੇ ਵਿੱਚ ਹੀ ਇਦੂ ਸੰਸਾਰ ਦੇ ਉੱਤੇ ਜਿਹੜੇ ਨਿਰੰਕਾਰ ਦੇ ਬਖਸ਼ੇ ਹੋਏ ਨੇ ਦਰਸ਼ਨ ਪਰਸ਼ਨ ਦੇ ਨਾਲ, ਜਿਨ੍ਹਾਂ ਦੀਆਂ ਸਾਰੀਆਂ ਭੁੱਖਾਂ ਲੈ ਜਾਂਦੀਆਂ ਨੇ, ਉਹ ਸੰਸਾਰ ਦੇ ਉੱਤੇ ਸਦਾ ਸੁਖੀ ਭਰਿਆ ਆਨੰਦ ਭਈ ਜੀਵਨ ਬਤੀਤ ਕਰਦੇ ਹਨ। ਆਸਾ ਮਹਲਾ ਪੰਜਵਾਂ ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹੇਲਾ। ਦੇਖੋ ਭਾਈ ਇੱਥੇ ਵੀ ਗੁਰੂ ਜੀ ਦੱਸਦੇ ਨੇ ਵੀ ਹੁਣ ਉਹ ਨਾਮ ਦੀ ਵਡਿਆਈ ਕਰਦੇ ਨੇ, ਕਹਿੰਦੇ ਹਰ ਹਰ ਨਾਮ ਅਮੋਲਾ, ਪ੍ਰਮਾਤਮਾ ਵਾਹਿਗੁਰੂ ਦਾ ਗਿਆਨ, ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਵਾਹਿਗੁਰੂ, ਇਹ ਮੰਤਰ ਜੋ ਹੈ ਵਾਹਿਗੁਰੂ ਦਾ ਜਿਹੜਾ ਨਾਮ ਅਗਲੋਪ ਰੂਪ ਦੇ ਵਿੱਚ, ਗੁਪਤ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਰੀਰ ਦੇ ਵਿੱਚ ਰੱਖਿਆ ਹੋਇਆ ਹੈ, ਜਿਹਨੂੰ ਪ੍ਰਗਟ ਕਰਨ ਵਾਸਤੇ ਸਾਰੇ ਹੀਲੇ ਵਸੀਲੇ ਆਪਾਂ ਕਰ ਰਹੇ ਹਾਂ। ਔਰ ਜਦੋਂ ਉਹ ਨਾਮ ਪ੍ਰਗਟ ਹੋ ਜਾਂਦਾ ਫਿਰ ਜਨਮ ਮਰਨ ਖਤਮ ਹੋ ਜਾਂਦਾ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹ ਅਮੋਲਾ ਹੈ, ਮੁੱਲ ਨਹੀਂ ਖਰੀਦਿਆ ਜਾ ਸਕਦਾ, ਕਿਸੇ ਦੁਕਾਨ ਤੋਂ ਜਾ ਕੇ ਨਹੀਂ ਖਰੀਦਿਆ ਜਾ ਸਕਦਾ। ਧਨ ਦੌਲਤ ਸੋਨਾ ਹੱਥ ਚਾਂਦੀ ਹੀਰੇ ਮੋਤੀਆਂ ਦੇ ਨਾਲ ਉਹ ਨਹੀਂ ਪ੍ਰਾਪਤ ਹੁੰਦਾ, ਉਹ ਬਹੁਤ ਅਮੋਲਾ ਹੈ। ਉਹ ਤਾਂ ਗੁਰੂ ਹੀ ਕਿਰਪਾ ਕਰੇ ਤਾਂ ਹੀ ਜਾ ਕੇ ਉਹ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜਦੋਂ ਜੀਵ ਉਹਦੇ ਲਾਇਕ ਬਣ ਜਾਂਦਾ ਹੈ। ਉਹ ਸਹਿਜ ਸੁਹੇਲਾ, ਜਿਸ ਨੂੰ ਇਹ ਪ੍ਰਾਪਤ ਹੋ ਜਾਂਦਾ ਭਾਈ, ਉਹ ਇਸ ਸੰਸਾਰ ਦੇ ਉੱਤੇ ਸ਼ੋਭਾ ਪਾਉਂਦਾ ਹੈ, ਉਹਦੀਆਂ ਵਡਿਆਈਆਂ ਹੁੰਦੀਆਂ ਨੇ
ਤੇ ਉਹ ਸੁਖ ਆਨੰਦ ਦੇ ਵਿੱਚ ਹੀ ਰਹਿੰਦਾ ਹੈ। ਦੇਖੋ ਗੰਦੇ ਭਾਂਡੇ ਦੇ ਵਿੱਚ ਅਸੀਂ ਦੁੱਧ ਨਹੀਂ ਪਾਉਂਦੇ ਹੈਗੇ, ਗੰਦੇ ਭਾਂਡੇ ਦੇ ਵਿੱਚ ਅਸੀਂ ਭੋਜਨ ਨਹੀਂ ਪਾਉਂਦੇ, ਤਾਂ ਖਿਆਲ ਕਰਿਓ ਇਹ ਸਰੀਰ ਜਿਹੜਾ ਹੈ ਇਹ ਬਹੁਤ ਗੰਦਾ, ਇਹਨੂੰ ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਅਨੇਕਾਂ ਵਿਕਾਰ ਇਹਦੇ ਅੰਦਰ ਬੈਠੇ ਹੋਏ ਨੇ, ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਅੰਮ੍ਰਿਤ ਨੂੰ ਲੁੱਟੀ ਜਾ ਰਹੇ ਨੇ। ਇਹਨਾਂ ਸਾਰਿਆਂ ਦਾ ਗਿਆਨ ਆਪਾਂ ਨੂੰ ਹੋਵੇ, ਆਪਾਂ ਸੁਚੇਤ ਹੋਈਏ, ਇਹਨਾਂ ਨੂੰ ਆਪਾਂ ਖਤਮ ਕਰੀਏ। ਨਿਰੰਕਾਰ ਦੇ ਮੂਹਰੇ ਆਣ ਕੇ ਡੰਡੌਤਾਂ ਕਰ ਕਰਕੇ ਨਿਰੰਕਾਰ ਦੇ ਕੋਲੋਂ ਜਨ ਬਣ ਕੇ ਆਪਣੇ ਆਪ ਦੀ ਮੈਂ ਮੇਰੀ ਖਤਮ ਕਰਕੇ ਜਦੋਂ ਆਪਾਂ ਇੱਥੇ ਆ ਜਾਵਾਂਗੇ, ਇਹ ਨਾਮ ਜਿਹੜਾ ਹੈ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ, ਆਪਣੇ ਪਿਆਰੇ ਨੂੰ ਆਪ ਦੇ ਦਿੰਦੇ ਨੇ। ਉਹ ਫਿਰ ਜਿਹੜਾ ਨਾਮ ਹੈ ਉਹ ਏਡੀ ਰਹਿਮਤ ਕਰਦਾ ਕਿ ਸੰਸਾਰ ਦੇ ਉੱਤੇ ਜੀਵ ਦੀ ਸੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ। ਰਹਾਉ ਸੰਗ ਸਹਾਈ ਛੋੜ ਨ ਜਾਈ, ਉਹ ਗਹਿ ਅਤੋਲਾ। ਜਿਹਨਾਂ ਦੇ ਅੰਦਰ ਫਿਰ ਨਾਮ ਪ੍ਰਗਟ ਹੋ ਜਾਂਦਾ, ਉਹ ਇਹ ਗੱਲ ਕਹਿੰਦੇ ਨੇ ਵੀ ਗੁਰੂ ਮੇਰਾ ਨਿਰੰਕਾਰ ਸਦਾ ਮੇਰਾ ਅੰਗ ਸੰਗ ਹੈ, ਮੇਰੀ ਸਹਾਇਤਾ ਕਰਨ ਵਾਲੇ ਨੇ, ਔਰ ਕਿਸੇ ਵੀ ਜਗ੍ਹਾ ਦੇ ਉੱਤੇ ਮੈਨੂੰ ਛੱਡ ਕੇ ਨਹੀਂ ਜਾਂਦੇ। ਉਹ ਕੌਣ? ਜਿਹੜੇ ਅਗਾਹ ਅਤੋਲਾ, ਜਿਹੜੇ ਅਗਾਹ ਜਿਨ੍ਹਾਂ ਦੇ ਬਾਰੇ ਆਪਾਂ ਗਿਆਨ ਵੀ ਨਹੀਂ, ਪਕੜ ਦੇ ਵਿੱਚ ਜਿਹੜੇ ਆ, ਜਿਹਨਾਂ ਨੂੰ ਪਕੜਿਆ ਨਹੀਂ ਜਾ ਸਕਦਾ, ਸਾਡੇ ਗਿਆਨ ਅੰਦਰ ਉਹਨਾਂ ਨੂੰ ਪਕੜ ਨਹੀਂ ਜਾ ਸਕਦੇ। ਔਰ ਤੋਲ ਜਿਹੜੇ ਬਹੁਤ ਉੱਚੇ ਤੇ ਸੁੱਚੇ ਵੱਡੇ ਨੇ, ਜਿਨ੍ਹਾਂ ਨੂੰ ਤੋਲਿਆ ਵੀ ਨਹੀਂ ਜਾ ਸਕਦਾ ਕਿਸੇ ਰੂਪ ਦੇ ਵਿੱਚ। ਪ੍ਰੀਤਮ ਭਾਈ ਬਾਪ ਮੋਰੋ, ਮਾਈ ਭਗਤਨ ਕਾ ਓਲਾ। ਮਾਈ ਤੋਂ ਮਤਲਬ ਹੈ ਮਾਤਾ। ਮਾਤਾ ਉਹ ਜਿਹੜਾ ਹੈ ਪ੍ਰਮਾਤਮਾ ਵਾਹਿਗੁਰੂ, ਜਿਹੜਾ ਪ੍ਰੀਤਮ ਮੇਰਾ ਬਾਪ ਵੀ ਹੈ, ਭਰਾ ਵੀ ਹੈ, ਮੇਰੀ ਮਾਈ ਵੀ ਹੈ, ਮੇਰੀ ਮਾਂ ਵੀ ਹੈ। ਉਹ ਸਦਾ ਆਪ ਭਗਤਾਂ ਦਾ ਜਿਹੜਾ ਓਲਾ ਕਹਿੰਦੇ ਨੇ ਆਸਰੇ ਨੂੰ, ਉਹ ਸਦਾ ਹੀ ਆਪਣੇ ਭਗਤਾਂ ਦਾ ਆਸਰਾ ਬਣਿਆ ਰਹਿੰਦਾ ਹੈ, ਆਪਣੇ ਭਗਤਾਂ ਦੀ ਸਦਾ ਹੀ ਰਖਵਾਲੀ ਨਿਰੰਕਾਰ ਵਾਹਿਗੁਰੂ ਜੀ ਆਪ ਕਰਦੇ ਹਨ। ਅਲਖ ਲਖਾਇਆ ਗੁਰ ਤੇ ਪਾਇਆ, ਨਾਨਕ ਇਹੋ ਹਰ ਕਾ ਚੋਲਾ। ਉਹ ਅਲਖ ਰੂਪ ਪਰਮਾਤਮਾ ਜਿਹੜਾ ਹੈ, ਉਹ ਗੁਰੂ ਨਿਰੰਕਾਰ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਉਹਦਾ ਮੈਨੂੰ ਗਿਆਨ ਦੇ ਦਿੱਤਾ, ਗੁਰੂ ਤੇ ਪਾਇਆ, ਗੁਰੂ ਨੇ ਮੈਨੂੰ ਉਹਦਾ ਗਿਆਨ ਦੇ ਦਿੱਤਾ। ਨਾਨਕ ਇਹ ਹਰ ਕਾ ਚੋਲਾ, ਇਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਕਹਿੰਦੇ ਨੇ, ਇਹੀ ਜਿਹੜੇ ਉਹ ਭਗਤ ਬਣ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ, ਉਹ ਪਰਮਾਤਮਾ ਦਾ ਗੁਰੂ ਦੀ ਰਹਿਮਤ ਦੇ ਨਾਲ ਅਕਾਲ ਪੁਰਖ ਦਾ ਗਿਆਨ ਹੋ ਜਾਂਦਾ ਹੈ। ਉਹ ਫਿਰ ਕੀ ਕਰਦੇ, ਉਹਨਾਂ ਨੂੰ ਨਾਮ ਜਿਹੜਾ ਬਖਸ਼ਿਸ਼ ਹੁੰਦਾ ਹੈ, ਉਹ ਨਾਮ ਫਿਰ ਉਹਨਾਂ ਦਾ ਚੋਲਾ ਬਣ ਜਾਂਦਾ। ਚੋਲਾ ਭੋਜਨ ਨੂੰ ਵੀ ਕਹਿੰਦੇ ਨੇ, ਚੋਲਾ ਜਿਹੜਾ ਅਸੀਂ ਵਸਤਰ ਪਹਿਨਦੇ ਹਾਂ ਉਸ ਨੂੰ ਵੀ ਆਖਦੇ ਹਨ। ਆਸਾ ਮਹਲਾ ਪੰਜਵਾਂ, ਆਪਣੀ ਭਗਤ ਨਿਭਾਹੇ, ਠਾਕੁਰ ਆਇਓ ਆਹੇ। ਇਹ ਮੇਰੇ ਪ੍ਰੀਤਮ ਵਾਹਿਗੁਰੂ ਜੀ ਠਾਕੁਰ ਅਕਾਲ ਪੁਰਖ ਨਿਰੰਕਾਰ ਜੀ, ਅਸੀਂ ਤੇਰੇ ਦਰ ਦੇ ਉੱਤੇ ਆਏ ਹਾਂ, ਤੇਰੇ ਕੋਲੋਂ ਭਗਤੀ ਮੰਗਣ ਆਏ ਹਾਂ। ਆਪਣੇ ਅੰਦਰੋਂ ਹਰ ਵਿਸ਼ੇ ਵਿਕਾਰ ਨੂੰ, ਰੋਗ ਸੋਗ ਨੂੰ ਖਤਮ ਕਰਨ ਵਾਸਤੇ ਤੇਰੀ ਸ਼ਰਨ ਦੇ ਵਿੱਚ ਆਣ ਕੇ ਜਨ ਬਣਨ, ਸੇਵਾਦਾਰ ਬਣਨ ਵਾਸਤੇ ਆਏ ਹਾਂ। ਨਿਰੰਕਾਰ ਸਾਡੇ ਉੱਤੇ ਕਿਰਪਾ ਕਰੋ, ਮਿਹਰ ਕਰੋ, ਰਹਿਮ ਕਰੋ। ਸਤਿਗੁਰ ਜੀ, ਤੁਹਾਡੀ ਸ਼ਰਨ ਦੇ ਵਿੱਚ ਆਇਆ ਹੋਇਆਂ ਦੀ ਲਾਜ ਆਪ ਹੀ ਰੱਖਣ ਵਾਲੇ ਹੋ। ਹੁਣ ਸਤਿਗੁਰ ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਭਗਤੀ ਦੇ ਮਾਰਗ ਦੇ ਉੱਤੇ ਤੋਰੋ, ਆਪ ਹੀ ਸਾਨੂੰ ਉਂਗਲ ਫੜਾ ਕੇ ਇਸ ਮਾਰਗ ਦੇ ਉੱਤੇ ਤੋਰੋ, ਤੇ ਆਪ ਹੀ ਭਗਤੀ ਦੇ ਵਿੱਚ ਨਿਭਾਵੋ, ਆਪ ਹੀ ਭਗਤੀ ਕਰਨ ਦੀ ਜਾਚ ਸਿਖਾਵੋ। ਰਹਾਉ ਨਾਮ ਪਦਾਰਥ ਹੋਏ ਸਕਾਰਥ, ਹਿਰਦੈ ਚਰਨ ਵਸਾਹੇ। ਜਿਹੜਾ ਮੈਂ ਆਪ ਜੀ ਦੇ ਕੋਲੋਂ ਨਾਮ ਦਾ ਪਦਾਰਥ ਮੰਗਦਾ ਸਤਿਗੁਰ ਸੱਚੇ ਪਾਤਸ਼ਾਹ ਜੀਓ, ਉਹ ਨਾਮ ਦਾ ਪਦਾਰਥ ਜਿਹੜਾ ਹੈ ਉਹ ਮੈਨੂੰ ਕਿਰਪਾ ਕਰਕੇ ਬਖਸ਼ ਦੇਵੋ, ਜਿਹਦੇ ਰਾਹੀਂ ਮੈਂ ਆਪਣਾ ਇਹ ਜਿਹੜਾ ਕਲਯੁਗੀ ਸਰੀਰ ਹੈ, ਜਿਹੜੀ ਮੇਰਾ ਅੰਦਰ ਨਿਰਗੁਣ ਤੇ ਸਰਗੁਣ ਹੈ, ਮੈਂ ਇਸ ਨੂੰ ਸਫਲ ਕਰ ਸਕਾਂ। ਸਕਾਰਤ ਕਹਿੰਦੇ ਨੇ ਸਫਲ ਕਰਨ ਨੂੰ। ਇਹ ਮੁਕਤਾ ਇਹ ਜੁਗਤਾ, ਰਾਖੋ ਸੰਤ ਸੰਗਾਹੇ। ਇਹੀ ਮੁਕਤੀ ਦਾ ਦਰ ਦੱਸਣ ਵਾਲਾ ਹੈ, ਇਹੀ ਮੁਕਤੀ ਦੇ ਦਰ ਦੇ ਉੱਤੇ ਲੈ ਕੇ ਜਾਣ ਵਾਲਾ ਹੈ, ਇਹੀ ਮੁਕਤੀ ਬਖਸ਼ਿਸ਼ ਕਰਨ ਵਾਲਾ ਹੈ। ਇਹੀ ਇੱਕ ਜੁਗਤ ਹੈ, ਜੁਗਤਾ ਨਾਮ ਦੀ ਹੀ ਜੁਗਤ ਦੇ ਰਾਹੀਂ ਸਾਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਰੱਖੋ ਜੀ। ਨਾਮ ਧਿਆਵੋ ਸਹਿਜ ਸਮਾਵੋ, ਨਾਨਕ ਹਰ ਗੁਣ ਗਾਹੇ। ਸੋ ਵਾਹਿਗੁਰੂ ਕਿਰਪਾ ਕਰੋ, ਮੈਂ ਨਾਮ ਧਿਆਉਂਦਾ ਰਹਾ,
ਅਡੋਲਤਾ ਦੇ ਵਿੱਚ, ਸ਼ਾਂਤੀ ਦੇ ਵਿੱਚ ਸਮਾ ਜਾਵਾਂ, ਸੰਤੋਖੀ ਬਣ ਜਾਵਾਂ। ਸਤਿਗੁਰੂ ਜੀ ਬਵੇਕੀ ਮਤ ਵਾਲਾ ਬਣ ਜਾਵਾਂ। ਨਾਨਕ ਹਰ ਗੁਣ ਗਾਹੇ, ਹਰ ਵੇਲੇ ਮੈਂ ਆਪ ਜੀ ਦੇ ਗੁਣਾਂ ਦੇ ਗੁਣ ਗਾਉਂਦਾ ਰਹਾ, ਗਾਉਂਦਾ ਗਾਉਂਦਾ ਗੁਣਾਂ ਦੇ ਵਿੱਚ ਹੀ ਸਮਾ ਜਾਵਾਂ। ਆਸਾ ਮਹਿਲਾ ਪੰਜਵਾਂ, ਠਾਕੁਰ ਚਰਨ ਸੁਹਾਵੇ, ਹਰ ਸੰਤਨ ਪਾਵੇ। ਪ੍ਰੀਤਮ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਚਰਨ ਨੇ, ਗਿਆਨ ਵਾਹਿਗੁਰੂ ਮੰਤਰ ਜਾਂ ਜਿਹੜਾ ਆਪ ਜੀ ਦਾ ਸ਼ਬਦ ਹੈ, ਆਪ ਜੀ ਦੀ ਸੇਵਾ ਹੈ, ਇਹ ਆਪ ਜੀ ਦੇ ਚਰਨ ਨੇ। ਇਹ ਮੈਨੂੰ ਬਹੁਤ ਚੰਗੇ ਲੱਗਦੇ ਨੇ, ਬਹੁਤ ਚੰਗੇ ਲੱਗਦੇ ਨੇ। ਔਰ ਇੱਥੇ ਜਦੋਂ ਜਿੱਥੇ ਆਪਾਂ ਨੂੰ ਚੰਗੇ ਲੱਗਦੇ, ਜੋ ਮਹਾਰਾਜ ਇੱਥੇ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਉਹ ਜਿਹੜੇ ਆਪ ਜੀ ਦੇ ਸੰਤ ਨੇ, ਜਿਨ੍ਹਾਂ ਨੂੰ ਇਹ ਵੀ ਚੰਗੇ ਲੱਗੇ ਨੇ, ਜਿਹੜੇ ਆਪ ਜੀ ਦੇ ਨਾਲ ਜੁੜੇ ਹੋਏ ਨੇ, ਆਪ ਨੂੰ ਪਿਆਰੇ ਲੱਗੇ ਨੇ, ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚ, ਉਹਨਾਂ ਦੀ ਸੰਗਤ ਮੈਨੂੰ ਬਖਸ਼ਿਸ਼ ਕਰੋ। ਜਿਸ ਸੰਗਤ ਦੇ ਵਿੱਚੋਂ ਮੈਂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਨਾਮ ਦਾ ਗਿਆਨ, ਆਪ ਜੀ ਦੀ ਸੇਵਾ ਦਾ ਗਿਆਨ, ਨਿਰੰਕਾਰ ਆਪਣੇ ਆਪ ਨੂੰ ਜਨ ਬਣਾਉਣ ਦਾ ਗਿਆਨ ਲੈ ਸਕਾਂ। ਰਹਾਉ ਆਪ ਗਵਾਇਆ ਸੇਵਕ ਮਾਇਆ, ਗੁਣ ਰਸ ਰਸ ਗਾਵੇ। ਹੁਣ ਕਈ ਵਾਰ ਇਸ ਤਰ੍ਹਾਂ ਸਾਨੂੰ ਵਿਚਾਰ ਬਣ ਜਾਵੇਗੀ ਕਿ ਬੜੇ ਲੋਕ ਆਪਣੇ ਨਾਮ ਦੇ ਨਾਲ ਸੰਤ ਲਿਖਾ ਕੇ, ਬਾਬੇ ਲਿਖਾ ਕੇ, ਮਹਾਤਮਾ ਜਨ ਲਿਖਾ ਕੇ ਅਜੇ ਵੀ ਤੁਰੇ ਫਿਰਦੇ ਨੇ। ਕਈ ਤਾਂ ਗੁਰੂ ਬਣ ਕੇ ਹੀ ਬੈਠੇ ਨੇ ਆਪਸ ਵਿੱਚ। ਪਰ ਹੁਣ ਉਹਨਾਂ ਦੀ ਪਹਿਚਾਣ ਕੀ, ਸਹੀ ਦੀ ਤੇ ਖੋਟੇ ਦੀ ਪਹਿਚਾਣ ਕੀ ਹੈ, ਭੇਖੀ ਦੀ ਤਾਂ ਸੱਚੇ ਦੀ ਪਹਿਚਾਣ ਕੀ ਹੈ। ਤੇ ਮਾਲਕ ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਇੱਥੇ ਨਾਲ ਉਹ ਵੀ ਦੱਸ ਦਿੰਦੇ ਨੇ, ਕਹਿੰਦੇ ਜਿਹੜੇ ਸੱਚੇ ਨੇ ਉਹਨਾਂ ਦੀਆਂ ਨਿਸ਼ਾਨੀ ਦੱਸਣ ਲੱਗੇ ਨੇ। ਕਹਿੰਦੇ ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ, ਸੇਵਕ ਮਾਇਆ, ਹਰ ਵੇਲੇ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ, ਗੁਣ ਰਸ ਰਸ ਗਾਵੇ, ਪ੍ਰੇਮ ਦੇ ਵਿੱਚ ਆਣ ਕੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਨੇ, ਉਹਦੀ ਵਿੜਾਈ ਕਰਦੇ ਰਹਿੰਦੇ ਨੇ, ਆਪ ਕਰਦੇ ਨੇ, ਦੂਜਿਆਂ ਨੂੰ ਪ੍ਰੇਮ ਦੇ ਨਾਲ ਪ੍ਰੇਰਨਾ ਦਿੰਦੇ ਨੇ ਵੀ ਆਓ ਭਾਈ ਆਪਾਂ ਉਹ ਪਰਮਾਤਮਾ ਜਿਹੜਾ ਹਰ ਇੱਕ ਦਾ ਕਰਤਾ ਹੈ, ਉਹਦੇ ਗੁਣ ਗਾਈਏ। ਇਹ ਨਿਸ਼ਾਨੀ ਹੈ ਪੂਰਿਆਂ ਦੀ, ਜਿਹੜੇ ਏਦੂ ਮਾਰਗ ਤੇ ਨਹੀਂ ਚੱਲਦੇ। ਭਾਈ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਜੀ ਨੂੰ ਗਿਆਨ ਦੇ ਦਿੱਤਾ, ਉਹ ਜਿਹੜੇ ਅਧੂਰੇ ਨੇ ਉਹਨਾਂ ਦੀ ਸੰਗਤ ਕੁਸੰਗਤ ਸਮਝੋ, ਉਸ ਨੂੰ ਛੱਡ ਦੇਵੋ ਤੇ ਸੱਚਿਆਂ ਦੀ ਸੰਗਤ ਟੋਲਣੀ ਸ਼ੁਰੂ ਕਰ ਦੇਵੋ, ਤੇ ਫਿਰ ਆਪਾਂ ਇਹਦੇ ਸੰਸਾਰ ਦੇ ਉੱਤੇ ਆਪਣਾ ਜੀਵਨ ਸਫਲ ਕਰ ਸਕਾਂਗੇ। ਏਕੇ ਆਸਾ ਦਰਸ ਪਿਆਸਾ, ਆਨ ਨਾ ਪਾਵੇ। ਔਰ ਮਨ ਦੇ ਵਿੱਚ ਇੱਕੋ ਹੀ ਆਸ ਰੱਖੋ ਕਿ ਉਹ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਮੈਨੂੰ ਦਰਸ਼ਨ ਹੋ ਜਾਵਣ, ਜਾਣ ਕੇ ਮਿਲਾਪ ਹੋ ਜਾਵੇ ਉਸ ਦੇ ਨਾਲ ਮੇਰਾ। ਆਨ ਨਾ ਪਾਵੇ, ਹੋਰ ਮੈਨੂੰ ਦੂਜਾ ਕੋਈ ਉਹਨਾਂ ਦੇ ਬਰੋਬਰ ਨਾ ਦਿਸੇ ਤੇ ਨਾ ਹੀ ਕੋਈ ਚੰਗਾ ਲੱਗੇ। ਦਇਆ ਤੁਹਾਰੀ ਕਿਆ ਜੰਤ ਵਿਚਾਰੀ, ਨਾਨਕ ਬਲ ਬਲ ਜਾਵੇ। ਉਹ ਇੱਕ ਅਕਾਲ ਪੁਰਖ ਧੰਨ 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 ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ, ਦਇਆ ਤੁਹਾਡੀ ਹੈ ਸੰਸਾਰ ਦੇ ਉੱਤੇ, ਤੁਸੀਂ ਹੀ ਦਇਆ ਕਰਨ ਵਾਲੇ ਹੋ। ਔਰ ਇਹ ਜੰਤ ਵਿਚਾਰੇ ਕੀ ਕਹਿ ਸਕਦੇ, ਤੁਹਾਡੀ ਕੀ ਵਡਿਆਈ ਕਰ ਸਕਦੇ ਹਨ। ਸਿਰਫ ਨਿਰੰਕਾਰ ਜੀ ਕਹਿੰਦੇ ਨੇ ਬਲ ਬਲ ਜਾਵੇ, ਨਾਨਕ ਬਲ ਬਲ ਜਾਵੇ, ਬਲਿਹਾਰੇ ਬਲਿਹਾਰੇ ਹੀ ਆਪਾਂ ਉਹਨਾਂ ਤੋਂ ਜਾਈਏ। ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜ ਜੁੜ ਕੇ ਆਪਣੇ ਆਪ ਨੂੰ ਸੁਖੀ ਤੇ ਆਨੰਦ ਮਹਿਸੂਸ ਕਰੀਏ, ਬਲਿਹਾਰੇ ਜਾਈਏ, ਤਾਂ ਹੀ ਅਸੀਂ ਅਨੁਭਵ ਕਰ ਸਕਾਂਗੇ ਕਿ ਜਿਸ ਮਾਰਗ ਤੇ ਗੁਰੂ ਜੀ ਸਾਨੂੰ ਤੋਰਨਾ ਚਾਹੁੰਦੇ ਨੇ ਉਹ ਤੇ ਅਸੀਂ ਤੁਰ ਰਹੇ ਹਾਂ। ਆਸਾ ਮਹਲਾ ਪੰਜਵਾਂ, ਏਕ ਸਿਮਰ ਮਨ ਮਾਹੀ, ਰਹਾਉ ਨਾਮ ਤੇ ਆਵੋ, ਹਿਰਦੇ ਵਸਾਵੋ, ਤਿਸ ਬਿਨ ਕੋ ਨਾਹੀ। ਇਸ ਸੰਸਾਰ ਦੇ ਭਾਈਓ, ਇਸ ਸੰਸਾਰ ਦੇ ਜੀਵੋ, ਮਨ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਿਮਰਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦਾ। ਇਹ ਵਾਹਿਗੁਰੂ ਬਾਰੇ ਇੱਕ ਕਿਸੇ ਨੇ ਮੈਨੂੰ ਬਚਨ ਭੇਜਿਆ ਸੀ ਤੇ ਉਹ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਦਾ। ਨਿਰੰਕਾਰ ਕਿਰਪਾ ਕਰਨ, ਜਿਸ ਨੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ ਅੱਜ ਸੰਗਤ ਆਈ, ਉਸ ਸੰਗਤ ਨੇ ਆਣ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਦੱਸੋ, ਜਦੋਂ ਆਪ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਜਿਸ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉਦੋਂ ਤੁਸੀਂ ਜਿਹੜਾ ਗੁਰ ਮੰਤਰ ਹੈ ਉਹ ਵਾਹਿਗੁਰੂ ਰੱਖਿਆ।
ਇਹ ਵਾਹਿਗੁਰੂ ਦੀ ਵਡਿਆਈ ਸਾਨੂੰ ਦੱਸੋ, ਇਹਦੇ ਵਿੱਚ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਇਹਦੇ ਅੰਦਰ ਬਲ ਹੈ, ਔਰ ਇਹ ਸਾਡੇ ਵਾਸਤੇ ਕਿੰਨਾ ਕੁ ਸਹਾਇਕ ਬਣਦਾ ਹੈ, ਔਰ ਇਸ ਨੂੰ ਕਿਉਂ ਤੁਸੀਂ ਇਹ ਗੁਰਮੰਤਰ ਦੇ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਦਿੱਤਾ। ਜਦੋਂ ਤੁਸੀਂ ਕਿਤੇ ਸਰਬਲੋਕ ਗ੍ਰੰਥ ਪੜ੍ਹੋਗੇ, ਇੱਕ ਬੀਬੀ ਹੈ ਆਪਣੇ ਪੰਜਾਬ ਦੇ ਵਿੱਚ, ਉੱਦਾਂ ਵੈਸੇ ਉਹਨਾਂ ਦਾ ਵਾਸਾ ਨਿਊਜ਼ੀਲੈਂਡ ਦੇ ਵਿੱਚ ਹੈ, ਕੋਵਿਡ ਕਰਕੇ ਉਹ ਪੰਜਾਬ ਦੇ ਵਿੱਚ ਨਹੀਂ ਆਏ ਇਸ ਵੇਲੇ। ਉਹਨਾਂ ਨੇ ਸਾਨੂੰ ਇਹ ਹੁਕਮ ਲਾਇਆ ਸੀ ਕਿ ਇਹਦੀ ਰਿਕਾਰਡਿੰਗ ਕਰਕੇ ਜ਼ਰੂਰ ਭੇਜੋ। ਉਹਨਾਂ ਨੂੰ ਭੇਜ ਦਿੱਤੀ ਆ। ਵਿਚਾਰ ਬਣਿਆ ਤੁਹਾਡੇ ਨਾਲ ਵੀ ਇਹ ਇੱਕ ਸਾਂਝ ਥੋੜ੍ਹੀ ਜਿਹੀ ਪਾ ਲਈਏ। ਤੇ ਜਦੋਂ ਆਖਣ ਲੱਗੇ ਵੀ ਵਾਹਿਗੁਰੂ ਬਾਰੇ ਸਾਨੂੰ ਗਿਆਨ ਦੇਵੋ, ਤੇ ਸਰਬਲੋਕ ਗ੍ਰੰਥ ਦੇ ਵਿੱਚ ਭਾਈ ਇਹ ਮੰਤਰ ਆਉਂਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਭਾਈ ਗੁਰਦਾਸ ਜੀ ਵੱਲੋਂ ਇਹ ਜ਼ਰੂਰ ਗਿਆਨ ਮਿਲਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜੇ ਹਉਮੈ ਨੂੰ ਤੂੰ ਦੂਰ ਕਰਨੀ ਚਾਹੁੰਦਾ ਨਾ, ਤੇ ਜਨ ਬਣ ਦੇ ਰਸਤੇ ਤੇ ਤੁਰਨਾ ਚਾਹੁੰਦਾ, ਤਾਂ ਫਿਰ ਕਹਿੰਦੇ ਵਾਹਿਗੁਰੂ ਹੀ ਆ ਇੱਕ ਜਿਹੜਾ ਤੇਰੇ ਉੱਤੇ ਕਿਰਪਾ ਕਰ ਸਕਦਾ। ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਿਨ੍ਹਾਂ ਨੇ ਗੁਰੂ ਮੰਤਰ ਦ੍ਰਿੜਾਉਣਾ ਸ਼ੁਰੂ ਕਰ ਦਿੱਤਾ, ਉਹ ਘਰ ਦੇ ਵਿੱਚ, ਇਹ ਸਰੀਰ ਦੇ ਵਿੱਚ ਵੀ ਸੁੱਖ ਮਹਿਸੂਸ ਕਰਦੇ ਨੇ, ਇਸ ਬਾਹਰ ਲੋਕ ਦੇ ਵਿੱਚ ਵੀ, ਸੰਸਾਰ 'ਚ ਵੀ ਸੁੱਖ ਮਹਿਸੂਸ ਕਰਦੇ ਨੇ। ਸੋ ਉੱਥੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਗਿਆਨ ਦਿੱਤਾ। ਕਹਿੰਦੇ ਬਿਸਨ ਪਦ ਪੁਨਿਆਕੀ, ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਉਹਦਾ ਮੁੱਖ ਰੱਖਿਆ ਹੈ। ਇਹ ਇਸ ਬਚਨ ਦਾ ਜਿਹੜਾ ਸਿਰਲੇਖ ਇਹ ਰੱਖਿਆ। ਤੇ ਜਾ ਕੇ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਕਲਪ ਕਲਪ ਪ੍ਰਤ ਅਕਸ਼ਰ ਕਹੀ। ਕਹਿੰਦੇ ਇੱਕ ਕਲਪ, ਇੱਕ ਕਲਪ ਦੀ ਆਰਜਾ ਜਿਹੜੀ ਲਿਖੀ ਗਈ, ਜਦੋਂ ਚਾਰੇ ਯੁੱਗ ਘੁੰਮ ਜਾਂਦੇ ਨੇ 42,30,000 ਸਾਲ ਤਕਰੀਬਨ ਇੱਕ ਕਲਪ ਦੀ ਆਰਜਾ ਬਣਦੀ ਹੈ। ਕਹਿੰਦੇ ਗੁਰੂ ਨਿਰੰਕਾਰ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਕਰਤੇ ਨੇ, ਜਿਹੜੇ ਆਦ ਦੇ ਵੀ ਮਾਲਕ ਨੇ, ਤੇ ਮੱਧ ਦੇ ਵੀ ਮਾਲਕ ਨੇ, ਤੇ ਅੰਤ ਦੇ ਵੀ ਮਾਲਕ ਨੇ। ਕਹਿੰਦੇ ਉਹਨਾਂ ਨੇ ਇੱਕ ਅੱਖਰ ਦੇ ਉੱਤੇ ਬੈਠ ਕੇ ਇੰਨਾ ਭਗਤੀ, ਕੱਲੇ ਵਾਹਿਗੁਰੂ ਦੇ ਉੱਤੇ ਵਾਹਾ ਹਾਹਾ ਗੱਗਾ ਰਾਰਾ ਦੇ ਉੱਤੇ ਇੱਕ ਕਲਪ ਬੈਠ ਕੇ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੇ, ਆਪ ਖੁਦ ਨਿਰੰਕਾਰ ਨੇ, ਆਪ ਸੱਚੇ ਪਾਤਸ਼ਾਹ ਨੇ ਉਸ ਦੇ ਵਿੱਚ ਤਾਕਤ ਭਰੀ, ਉਸ ਨੂੰ ਜਪਿਆ, ਉਸ ਨੂੰ ਸਿੱਧ ਕੀਤਾ। ਹੁਣ ਹੋ ਗਿਆ 4। ਇਹ 4 ਜਦੋਂ ਆਪਾਂ ਇਹ ਦੇਖਾਂਗੇ, ਇਹ ਤਕਰੀਬਨ ਤੇ ਇਹ ਬਣ ਜਾਂਦਾ 2.25 ਕਰੋੜ ਸਾਲ ਬਣ ਜਾਂਦਾ। ਇੱਥੋਂ ਦੋ ਚੀਜ਼ਾਂ ਆਪਾਂ ਨੂੰ ਅਨੁਭਵ ਹੋ ਜਾਂਦੀਆਂ ਨੇ ਕਿ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਦਾ ਹੀ ਇਹ ਸੰਸਾਰ ਦੇ ਉੱਤੇ ਹਨ। ਉਹ ਪਹਿਲਾਂ ਵੀ ਸੀ, ਹੁਣ ਵੀ ਹਨ, ਗਾਹਾਂ ਵੀ ਰਹਿਣਗੇ, ਕਿਉਂਕਿ ਸੰਸਾਰ ਦੇ ਕਰਤਾ ਹੀ ਉਹ ਨੇ। ਇੱਕ ਤਾਂ ਮਨ ਦੇ ਵਿੱਚ ਸ਼ਰਧਾ ਇਹ ਵੱਜੇਗੀ ਆਪਣੇ ਉੱਤੇ ਕਿ ਇਹ ਨਾ ਕਹਿ ਦਈਏ ਵੀ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਦੇ ਉੱਤੇ 555 ਸਾਲ ਪਹਿਲਾਂ ਹੀ ਆਏ। ਨਹੀਂ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ ਮੋਹਰ ਲਾਤੀ ਆ। ਕਹਿੰਦੇ ਵੀ ਉਹਨਾਂ ਨੇ ਇੱਕ ਅੱਖਰ ਦੇ ਉੱਤੇ ਬੈਠ ਕੇ ਇੰਨਾ ਜਾਪ ਕੀਤਾ। ਕਹਿੰਦੇ ਕਲਪ ਕਲਪ ਪ੍ਰਤ ਅਕਸ਼ਰ ਕਹੀ, ਕੱਲਾ ਅੱਖਰ, ਤੇ ਨਾਲ ਕਹਿੰਦੇ ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਨੂੰ ਸਹੀ ਰੂਪ ਦੇ ਵਿੱਚ ਸਿੱਧ ਕੀਤਾ। ਇਹਦੇ ਵਿੱਚ ਇੰਨੀ ਤਾਕਤ ਭਰ ਦਿੱਤੀ, ਇਹਦੇ ਵਿੱਚ ਇੰਨੇ ਗੁਣ ਭਰ ਦਿੱਤੇ, ਇਹਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਭਰ ਦਿੱਤੀਆਂ। ਕਹਿੰਦੇ ਸਾ ਮੰਤਰ ਪ੍ਰਭ ਖਾਲਸੇ ਦੀਨਾ, ਉਹ ਮੰਤਰ ਵੀ ਅਸੀਂ ਖਾਲਸੇ ਨੂੰ ਆਨੰਦਪੁਰ ਦੀ ਧਰਤੀ ਦੇ ਉੱਤੇ ਬਖਸ਼ਿਸ਼ ਕੀਤਾ। ਵਾਹਿਗੁਰੂ ਪਦ ਪਾਵਨ ਕੀਨਾ, ਕਹਿੰਦੇ ਜਿਹੜਾ ਮਾਰਗ ਹੈ, ਭਗਤੀ ਦਾ ਮਾਰਗ ਹੈ, ਜਿਹੜਾ ਸੱਚਖੰਡ ਨੂੰ ਰਸਤਾ ਲੈ ਕੇ ਜਾਂਦਾ, ਜਿਹੜਾ ਸਾਨੂੰ ਮੁਕਤੀ ਦਿਖਾਉਂਦਾ ਹੈ, ਨਿਜ ਘਰ ਨੂੰ ਲੈ ਕੇ ਜਾਂਦਾ ਹੈ, ਇਹ ਸੰਸਾਰ ਦੇ ਉੱਤੇ ਸਾਨੂੰ ਜੀਣ ਦਾ ਢੰਗ ਦੱਸਦਾ ਹੈ। ਕਹਿੰਦੇ ਇਹ ਜਿਹੜਾ ਹੈ ਪਦ ਕਹਿੰਦੇ ਨੇ ਰਾਸਤੇ ਨੂੰ, ਇਹ ਕਹਿੰਦੇ ਰਾਸਤਾ ਬੜਾ ਭਿਆਨਕ ਹੈ, ਬੜਾ ਕਠਿਨ ਹੈ। ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਠਿਨਾਈਆਂ ਆਉਂਦੀਆਂ ਨੇ, ਬੜੇ ਦੈਤ ਨੇ ਅੰਦਰ ਸਰੀਰ ਦੇ ਬਾਹਰ ਵੀ, ਜਿਹੜੇ ਕਿ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੇ ਸਭ ਤੋਂ ਵੱਡੀ ਮਾਇਆ, ਜਿਹਦੇ ਰੂਪ ਰੰਗ ਗਿਣੇ ਹੀ ਨਹੀਂ ਜਾ ਸਕਦੇ। ਕਹਿੰਦੇ ਵੀ ਜਿਸ ਵੇਲੇ ਜੀਵ ਵੇ ਉਦੋਂ ਰਾਸਤੇ ਦੇ ਉੱਤੇ ਤੁਰਿਆ ਜਾਂਦਾ ਤੇ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦਾ ਹੈ, ਕਹਿੰਦੇ ਉਹ ਜਿਹੜਾ ਵਾਹਿਗੁਰੂ ਦਾ ਮੰਤਰ ਹੈ ਪਦ ਪਾਵਨ ਕੀਨਾ, ਉਹ ਸੱਚਖੰਡ ਦੇ ਰਾਸ ਨੂੰ ਪਾਵਨ ਕਹਿੰਦੇ ਨੇ, ਪਵਿੱਤਰ
ਕਹਿੰਦੇ ਸਾਫ਼ ਉਹ ਰਾਸਤੇ ਨੂੰ ਸਾਫ਼ ਕਰੀ ਜਾਂਦਾ ਕਿ ਜਿਹੜਾ ਗੁਰਮੁਖ ਪਿਆਰਾ ਸੰਤ ਜਨ ਭਗਤ ਜਨ ਇਦੂ ਰਾਸਤੇ ਦੇ ਉੱਤੇ ਤੁਰਿਆ ਜਾ ਰਿਹਾ, ਕਿਸੇ ਤਰ੍ਹਾਂ ਦਾ ਵਿਸ਼ੇ ਵਿਕਾਰ, ਕਿਸੇ ਤਰ੍ਹਾਂ ਦਾ ਰੋਗ ਸੋਗ, ਕਿਸੇ ਤਰ੍ਹਾਂ ਦਾ ਦੈਂਤ ਆਣ ਕੇ ਉਸ ਨੂੰ ਛੋਹ ਨਾ ਸਕੇ। ਇਹ ਵਾਹਿਗੁਰੂ ਦਾ ਜਿਹੜਾ ਮੰਤਰ ਹੈ ਉਹ ਪਹਿਲਾਂ ਹੀ ਉਸ ਨੂੰ ਖਤਮ ਕਰ ਦਿੰਦਾ। ਭਾਈ ਇੱਥੋਂ ਸਾਨੂੰ ਇਹ ਮਨ ਦੇ ਵਿੱਚ ਸਾਨੂੰ ਚਾਹ ਚੜ ਜਾਣਾ ਚਾਹੀਦਾ। ਜਦੋਂ ਅਸੀਂ ਇੱਕ ਵਾਰ ਵਾਹਿਗੁਰੂ ਕਹਿੰਦੇ ਹਾਂ, ਸਾਨੂੰ ਪਤਾ ਲੱਗਦਾ ਸਾਡੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਿੰਨਾ ਚਿਰ ਬੈਠ ਕੇ ਕਰੋੜਾਂ ਹੀ ਸਾਲ ਇਸ ਦਾ ਜਾਪ ਕੀਤਾ। ਤਾਂ ਇਹਦੇ ਵਿੱਚ ਤਾਕਤਾਂ ਇੰਨੀਆਂ ਨੇ, ਇੰਨੀਆਂ ਰਹਿਮਤਾਂ ਨੇ। ਇਹ ਇੱਥੇ ਵੀ ਆਨੰਦਮਈ ਬਣਦਾ ਤੇ ਪਰਲੋਕ ਦੇ ਵਿੱਚ ਵੀ ਇਹ ਸਹਾਇਕ ਬਣਦਾ ਹੈ। ਕਿਰਪਾ ਕਰੋ ਦੁਬਾਰਾ ਬਚਨ ਪੜਿਓ। ਨਾਮ ਧਿਆਵੋ ਹਿਰਦੇ ਵਸਾਵੋ ਤਿਸ ਬਿਨ ਕੋ ਨਾਹੀ। ਇਸ ਕਰਕੇ ਗੁਰੂ ਨਿਰੰਕਾਰ ਜੀ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਵਾਹਿਗੁਰੂ ਦਾ ਇਹ ਜਿਹੜਾ ਮੰਤਰ ਹੈ ਇਸ ਨੂੰ ਧਿਆਵੋ, ਹਿਰਦੇ ਦੇ ਵਿੱਚ ਟਿਕਾ ਕੇ ਰੱਖੋ। ਇਸ ਤੋਂ ਬਗੈਰ ਹੋਰ ਕੋਈ ਉੱਚਾ ਤੇ ਸੁੱਚਾ ਮੰਤਰ ਨਹੀਂ ਹੈ। ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ। ਪ੍ਰਭੂ ਦੀ ਸ਼ਰਨ ਦੇ ਵਿੱਚ ਆਉਣਾ ਸਿੱਖ ਲਓ, ਪ੍ਰਭੂ ਦੀ ਸ਼ਰਨ ਦੇ ਵਿੱਚ ਆਇਆ ਕਰੋ ਭਾਈ। ਇੱਥੇ ਆਣ ਕੇ ਤੁਹਾਨੂੰ ਸਾਰੇ ਆਨੰਦਮਈ ਸੁਖਮਈ ਫਲ ਜਿਹੜੇ ਪ੍ਰਾਪਤ ਹੋਣੇ ਨੇ, ਭਗਤੀ ਦਾ, ਸ਼ਕਤੀ ਦਾ ਔਰ ਰਾਸਤੇ ਦਾ ਗਿਆਨ ਵੀ ਇੱਥੋਂ ਹੀ ਤੁਹਾਨੂੰ ਆਪ ਜੀ ਨੂੰ ਪ੍ਰਾਪਤ ਹੋਣਾ ਹੈ। ਤੇ ਕਹਿੰਦੇ ਫਿਰ ਕਿ ਸਗਲੇ ਦੁੱਖ ਜਾਏ, ਸਾਰੇ ਦੁੱਖ ਜਿਹੜੇ ਨੇ ਉਹ ਇੱਥੇ ਆਇਆਂ ਦੇ ਨਿਵਰਤ ਹੋ ਜਾਂਦੇ ਹਨ। ਜੀਵਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਟ ਘਟ ਆਹੀ। ਉਹ ਸਾਰੇ ਜੀਆਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਆਪ ਹਨ ਤੇ ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪ੍ਰਤਪਾਲਕ ਹਨ, ਵਿਧਾਤਾ ਉਹਨਾਂ ਨੂੰ ਬਣਾਉਣ ਵਾਲੇ ਹਨ ਤੇ ਘਟ ਘਟ ਮਾਹੀ। ਹਰ ਇੱਕ ਦੇ ਅੰਦਰ ਉਹ ਨਿਰੰਕਾਰ ਵਾਹਿਗੁਰੂ ਜੀ ਨੇ ਆਪਣੀ ਜੋਤ ਨੂੰ, ਆਪਣੇ ਆਪ ਨੂੰ ਸਰਵ ਵਿਆਪਕ ਬਣਾ ਕੇ ਟਿਕਾ ਕੇ ਰੱਖਿਆ ਹੋਇਆ ਹੈ। ਆਸਾ ਮਹਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਓ ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੁਆ। ਜਿੱਥੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਆਪਾਂ ਨੂੰ ਦਿੰਦੇ ਨੇ ਉੱਥੇ ਨਾਲੇ ਵੀ ਦੱਸ ਦਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਇਸ ਮਾਰਗ ਨੂੰ ਛੱਡ ਦਿੱਤਾ, ਜਿਹੜਾ ਸਤਿਗੁਰ ਦੇ ਦਰ ਘਰ ਦਾ ਮਾਰਗ ਹੈ ਉਹਨੂੰ ਛੱਡ ਦਿੱਤਾ, ਕਹਿੰਦੇ ਸਮਝ ਲਓ ਉਹਨੂੰ ਮਰਿਆ ਇੱਥੇ ਜਾਣੋ। ਆਤਮਾ ਉਹਦੀ ਮਰੀ ਹੁੰਦੀ ਆ ਹਨੇਰੇ ਦੇ ਵਿੱਚ, ਉਹ ਜੀਵਨ ਤੇ ਮਾਇਆ ਮੋਹ ਦੇ ਬੰਧਨਾਂ ਦੇ ਵਿੱਚ ਫਸਿਆ ਹੁੰਦਾ। ਇਸ ਕਰਕੇ ਉਹਨੂੰ ਮੋਇਆ ਜਾਣੋ। ਮੋਇਆ ਨੂੰ ਮਰੇ ਨੂੰ ਕਹਿੰਦੇ ਨੇ। ਮਰਿਆ ਹੁਣ ਸਰੀਰ ਕਰਕੇ ਤੁਸੀਂ ਨਹੀਂ ਕਹੋਗੇ ਮਰਿਆ, ਪਰ ਉਹ ਆਤਮਾ ਕਰਕੇ ਮਰਿਆ ਹੁੰਦਾ ਹੈ। ਨਾਮ ਧਿਆਵੇ ਸਰਬ ਫਲ ਪਾਵੇ ਸੋ ਜਨ ਸੁਖਿਆ ਹੁਆ। ਜਿਹੜੇ ਪੁਰਸ਼ ਇਧਰ ਸੰਸਾਰ ਦੇ ਰਹਿੰਦੇ ਹੋਏ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਨਾਮ ਧਿਆਉਂਦੇ ਨੇ, ਉਹ ਸਤਿਗੁਰ ਕੋਲੋਂ ਸਾਰੇ ਫਲ ਪ੍ਰਾਪਤ ਕਰ ਲੈਂਦੇ ਨੇ। ਸਾਰੀਆਂ ਇੱਛਾ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ, ਨਿਰੰਕਾਰ ਜੀ ਕਰ ਦਿੰਦੇ ਨੇ। ਤੇ ਔਰ ਨਾਲ ਜਨ ਬਣੇ ਜੋ ਜਿਹੜੇ ਨੇ ਉਹ ਜੀਵ, ਉਹਨਾਂ ਨੂੰ ਅਤਿਅੰਤ ਸੁਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਨੇ। ਰਾਜ ਕਹਾਵੈ ਤਉ ਕਰਮ ਕਮਾਵੈ ਬਾਂਧਿਓ ਨਲਨੀ ਪ੍ਰਮ ਸੂਆ। ਜੋ ਸੰਸਾਰ ਦੇ ਉੱਤੇ ਮਨਮੁਖ ਹੇਤੂ ਰੂਪ ਦੇ ਵਿੱਚ ਹੋਵੇ, ਆਪਣੇ ਆਪ ਨੂੰ ਰਾਜਾ ਕਹਾਉਂਦਾ ਹੋਵੇ ਵੀ ਮੇਰਾ ਤਾਂ ਹੁਕਮ ਹੈ ਬੜੀ ਦੂਰ ਦੂਰ ਤੱਕ ਚੱਲਦਾ, ਮੇਰੇ ਕੋਲ ਧਨ ਦੌਲਤ ਖਜ਼ਾਨੇ ਦੇ ਵਿੱਚ ਬਹੁਤ ਹੈ, ਮੇਰੇ ਕੋਲ ਹਾਥੀ ਘੋੜੇ ਵੀ ਬਹੁਤ ਨੇ, ਤੇ ਸਦਾ ਹੀ ਇਸ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਉਹ ਰਹਿ ਰਿਹਾ ਹੋਵੇ ਤੇ ਉਹੀ ਕਰਮ ਕਰ ਰਿਹਾ ਹੋਵੇ ਜਿਹੜੇ ਕਿ ਹੰਕਾਰ ਵਾਲੇ ਨੇ, ਹਉਮੈ ਵਾਲੇ ਨੇ, ਕਾਮ ਵਾਲੇ ਨੇ, ਵਾਸ਼ਨਾਵਾਂ ਵਾਲੇ ਨੇ। ਤੇ ਕਹਿੰਦੇ ਉਸ ਨੂੰ ਇਦੂ ਸੰਸਾਰ ਦੇ ਉੱਤੇ ਇਸ ਤਰ੍ਹਾਂ ਜਾਣੋ ਜਿੱਦਾਂ ਇੱਕ ਤੋਤਾ ਉਹ ਨਲਨੀ ਨੂੰ ਫੜ ਕੇ ਟਿਕਿਆ ਹੁੰਦਾ, ਛੱਡਦਾ ਨਹੀਂ ਹੈ ਉਹ ਭਰਮ ਦੇ ਨਾਲ, ਕਿਉਂਕਿ ਉਹਨੂੰ ਭਰਮ ਹੁੰਦਾ। ਉਸ ਵੇਲੇ ਕੀ ਹੁੰਦਾ ਹੈ, ਜਦੋਂ ਸ਼ਿਕਾਰੀ ਨੇ ਤੋਤੇ ਨੂੰ ਫੜਨਾ ਹੁੰਦਾ, ਉਹ ਇੱਕ ਨਲਨੀ ਜਿਹੜੀ ਜਾਣੀ ਕਿ ਕਾਨਾ ਹੁੰਦਾ, ਕਾਨੇ ਦਾ ਥੋੜਾ ਜਿਹਾ ਪੀਸ ਲੈ ਲੈਂਦੇ ਨੇ, ਉਹਦੇ ਵਿੱਚ ਦੀ ਇਹ ਛੋਟਾ ਜਿਹਾ ਇੱਕ ਹੋਰ ਲੱਕੜ ਦਾ ਟੁਕੜਾ ਲਗਾ ਦਿੰਦੇ, ਇਹ ਜਿਹੜਾ ਘੁੰਮਦਾ ਹੁੰਦਾ ਹੈ ਆਪਸ ਵਿੱਚ। ਇਸ ਨੂੰ ਇਹ ਰੱਖ ਕੇ ਦੋ ਚੀਜ਼ਾਂ ਦੇ ਉੱਤੇ, ਤੇ ਉਹ ਤੋਂ ਬਾਅਦ ਥੱਲੇ ਰੱਖ ਦਿੰਦੇ ਨੇ ਉਹਦੇ ਪਾਣੀ ਦਾ ਬਾਟਾ। ਤੇ ਇਹ ਤੋਤਾ ਆਉਂਦਾ, ਤੋਤਾ ਆਣ ਕੇ ਉੱਥੇ ਨਾਲ ਉਹਦਾ ਚੋਗਾ ਰੱਖਿਆ ਹੁੰਦਾ, ਇਹ ਆਣ ਕੇ ਉਸ ਜਿਹੜੀ ਕਾਨੇ ਦਾ ਟੋਟਾ ਹੁੰਦਾ ਜਿਹਨੂੰ ਨਲਣੀ ਆਖਿਆ ਹੈ, ਉਸ ਨੂੰ ਇਹ ਫੜ ਲੈਂਦਾ। ਜਦੋਂ ਫੜਦਾ ਉਸੇ ਵੇਲੇ ਉਹ ਘੁੰਮ ਜਾਂਦੀ ਹੈ, ਕਿਉਂਕਿ ਸਰੀਰ ਭਾਰਾ ਹੁੰਦਾ, ਪਰ ਉਹਨੂੰ ਫਿਰ ਘੁੱਟ ਕੇ ਰੱਖਦਾ। ਤੇ ਕਾਹਤੇ ਘੁੱਟ ਕੇ ਰੱਖਦਾ, ਜਿਹਦੇ ਪਾਣੀ ਦੇ ਵਿੱਚ ਕੀ ਦੇਖਦਾ, ਪਾਣੀ ਦੇ ਵਿੱਚ ਇਹਨੂੰ ਉਹਦੀ ਮੌਤ ਦਿਸਣੀ ਸ਼ੁਰੂ ਹੋ ਜਾਂਦੀ ਹੈ ਭਈ ਜੇ ਮੈਂ ਇਹਨੂੰ ਛੱਡ ਦਿੱਤਾ, ਥੱਲੇ ਬਹੁਤ ਭਿਆਨਕ ਪਾਣੀ ਪਿਆ ਹੈ, ਮੈਂ ਇਹਦੇ ਵਿੱਚ ਮਰ ਜਾਣਾ। ਬਸ ਇਸੇ ਤਰ੍ਹਾਂ ਉਹ ਬੜਿਆ ਪਕੜ ਕੇ ਬੈਠਾ ਰਹਿੰਦਾ, ਡਰਦਾ ਡਰਦਾ ਭਰਮਾਂ ਦੇ ਵਿੱਚ। ਐਸਾ ਭਰਮ ਉਹਦੇ ਅੰਦਰ ਹੋ ਜਾਂਦਾ ਤੇ ਸ਼ਿਕਾਰੀ ਉਹਨੂੰ ਫੜ ਕੇ ਵੇਚ ਦਿੰਦੇ ਨੇ। ਹੋਰ ਅਨੇਕਾਂ ਤਰ੍ਹਾਂ ਦੇ
ਉਹਨਾਂ ਨੂੰ ਦੁੱਖ ਤਸੀਹੇ ਦਿੰਦੇ ਨੇ। ਇਸੇ ਤਰ੍ਹਾਂ ਕਹਿੰਦੇ ਜਿਹੜਾ ਮਨਮੁਖ ਆਪਣੇ ਆਪ ਨੂੰ ਰਾਜਾ ਭਾਵੇਂ ਸਮਝੇ, ਭਾਵੇਂ ਜਿੰਨਾ ਮਰਜ਼ੀ ਪਰਜਾ ਉਹਦਾ ਹੁਕਮ ਮੰਨਦੀ ਹੋਵੇ, ਪਰ ਉਹ ਇਹ ਤੋਤੇ ਵਰਗਾ ਭਰਮਾਂ ਦੇ ਵਿੱਚ ਹੀ ਜੀ ਰਿਹਾ ਹੈ। ਕਹੋ ਨਾਨਕ ਜਿਸ ਸਤਿਗੁਰ ਭੇਟਿਆ ਸੋ ਜਨ ਨੇ ਚਲਥੀਆ। ਨਿਰੰਕਾਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੰਦਗੀ ਕੀਤੀ, ਉਹੀ ਇਦੂ ਸੰਸਾਰ ਦੇ ਉੱਤੇ ਅਚਲ ਨੇ, ਜਾਣੀ ਕਿ ਉਹਨਾਂ ਦੀ ਭਟਕਣਾ ਨਿਰੰਕਾਰ ਵਾਹਿਗੁਰੂ ਜੀ ਖਤਮ ਕਰ ਦਿੰਦੇ ਹਨ। ਆਸਾ ਮਹਿਲਾ ਪੰਜਵਾਂ ਕਰ 14ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਫਿਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਗੁਰੂ ਨਾਨਕ ਨਿਰੰਕਾਰ ਦੀ ਜੋਤ ਦੇ ਪੰਜਵੇਂ ਵਾਰਸ ਘੱਟ ਸਤਿਗੁਰ ਸੱਚੇ ਪਾਤਸ਼ਾਹ ਜੀ ਘਰ 14ਵੇਂ ਦੇ ਵਿੱਚ ਸੁਰਤਾਲ ਬਾਰੇ ਇੱਥੇ ਗਿਆਨ ਦਿੰਦੇ ਨੇ। ਫਿਰ ਇੱਥੇ ਛੋਟਾ ਮੰਗਲ ਲਾਉਂਦੇ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਸੰਸਾਰ ਦੇ ਉੱਤੇ ਆਏ ਹਾਂ। ਉਹਦੀ ਪ੍ਰਾਪਤੀ ਵਾਸਤੇ ਸਾਨੂੰ ਸਤਿਗੁਰ ਦੀ ਕਿਰਪਾ ਅਤਿਅੰਤ ਜ਼ਰੂਰੀ ਹੈ, ਉਹ ਤੋਂ ਬਗੈਰ ਨਹੀਂ ਅਸੀਂ ਉਹਨੂੰ ਮਿਲ ਸਕਦੇ। ਓਹੋ ਨੇ ਹੁਣ ਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਾ। ਭਾਈ ਜਿਹੜਾ ਆਪਣੇ ਪ੍ਰੀਤਮ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜਿਆ ਰਹਿੰਦਾ ਸੰਸਾਰ ਦੇ ਉੱਤੇ, ਉਹੀ ਨੇਹੋ ਨਵੇਲਾ, ਉਹੀ ਸੱਚਾ ਪ੍ਰੇਮ ਹੈ ਉਸਦਾ। ਨੇਹੋ ਪ੍ਰੇਮ ਨੂੰ ਕਹਿੰਦੇ, ਨਵੇਲਾ ਜਿਹੜਾ ਹੁੰਦਾ ਨਵਾਂ ਕਹਿੰਦੇ ਨੇ, ਸਾਫ ਸੁਥਰਾ, ਜਿੱਦਾਂ ਨਵੀਂ ਚੀਜ਼ ਸਾਫ ਸੁਥਰੀ ਹੁੰਦੀ ਹੈ। ਕਹਿੰਦੇ ਉਹੀ ਪ੍ਰੇਮ ਉਹਦਾ ਜਿਹੜਾ ਹੈ ਉਹ ਵਾਹਿਗੁਰੂ ਦਾ ਸਾਫ ਸੁਥਰਾ ਹੈ, ਜਿਹੜਾ ਜਦੋਂ ਉਹ ਆਪਣੇ ਪ੍ਰੀਤਮ ਵਾਹਿਗੁਰੂ ਦੇ ਨਾਮ ਦੇ ਨਾਲ ਜੀਵ ਜੁੜਿਆ ਰਹਿੰਦਾ ਹੈ। ਰਹਾਓ ਜੋ ਪ੍ਰਭ ਪਾਵੈ ਜਨਮ ਨ ਆਵੈ, ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਫਿਰ ਉਹ ਜੀਵ ਪਰਮਾਤਮਾ ਵਾਹਿਗੁਰੂ ਜੀ ਨੂੰ ਭਾ ਜਾਂਦਾ, ਪਿਆਰਾ ਲੱਗਣ ਲੱਗ ਪੈਂਦਾ, ਮੁੜ ਮੁੜ ਕੇ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਂਦਾ। ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਉਹ ਫਿਰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਨੂੰ ਪ੍ਰੇਮਾ ਭਗਤੀ ਨਸੀਬ ਹੋ ਜਾਂਦੀ ਹੈ। ਤੇ ਪ੍ਰੇਮਾ ਭਗਤੀ ਜਿਹੜੀ ਆ, ਪ੍ਰੇਮਾ ਭਗਤੀ ਦੇ ਵਿੱਚ ਰੰਗਿਆ ਜਾਂਦਾ, ਹਰ ਵੇਲੇ ਰਚਿਆ ਰਹਿੰਦਾ ਹੈ, ਹਰ ਵੇਲੇ ਆਨੰਦ ਦੇ ਵਿੱਚ ਰਹਿੰਦਾ, ਉਹ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਪ੍ਰਭ ਸੰਗ ਮਲੀਜੈ ਇਹੋ ਮਨ ਦੀਜੈ, ਨਾਨਕ ਨਾਮ ਮਿਲੈ ਆਪਣੀ ਦਇਆ ਕਰੋ। ਸੋ ਉਹ ਪ੍ਰਭੂ ਵਾਹਿਗੁਰੂ ਨੂੰ ਜਿਹੜਾ ਭੋਦਾ ਹੈ, ਸੋਹਣਾ ਲੱਗਦਾ ਹੈ, ਜਿਹੜਾ ਜੀਵ ਹਰ ਵੇਲੇ ਉਹਦੀ ਬੰਦਗੀ ਦੇ ਵਿੱਚ ਲੱਗਾ ਰਹਿੰਦਾ ਹੈ। ਪ੍ਰਭੂ ਸੰਗ ਮਲੀਜੇ ਇਹ ਮਨ ਦੀਜੇ। ਫਿਰ ਕੀ ਹੁੰਦਾ, ਇਹ ਮਨ ਟਿਕਾ ਦੇ ਵਿੱਚ ਆ ਜਾਂਦਾ। ਉਹ ਮਨ ਆਪਣੇ ਮਨ ਵਿੱਚ ਸਤਿਗੁਰ ਕੇ ਪਾਸ, ਉਹ ਸਤਿਗੁਰ ਆਪਣੇ ਨੂੰ ਮਨ ਦੇ ਦਿੰਦਾ ਹੈ, ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ ਤੇ ਸ਼ਬਦ ਦੇ ਵਿੱਚ ਉਹ ਲੀਨ ਹੋ ਜਾਂਦਾ ਹੈ। ਤੇ ਇਸ ਰਾਹੀਂ ਉਸ ਪ੍ਰਭੂ ਵਾਹਿਗੁਰੂ ਦੇ ਨਾਲ ਉਹਦਾ ਮਿਲਣਾ ਹੋ ਜਾਂਦਾ। ਭਾਈ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਇਹ ਜੀ ਬੇਨਤੀ ਕਰ ਆਣ ਕੇ ਇੱਥੇ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੇਰੇ ਉੱਤੇ ਰਹਿਮਤ ਕਰੋ, ਮੈਨੂੰ ਆਪ ਜੀ ਦਾ ਉਹ ਉੱਚਾ ਤੇ ਸੁੱਚਾ ਅਮੋਲਕ ਨਾਮ ਪ੍ਰਾਪਤ ਹੋ ਜਾਵੇ। ਆਸਾ ਮਹਿਲਾ ਪੰਜਵਾਂ ਮਿਲ ਰਾਮ ਪਿਆਰੇ, ਤੁਮ ਵਿਨ ਧੀਰਜ ਕੋ ਨਾ ਕਰੈ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਰਾਮ ਸਭ ਦੇ ਵਿੱਚ ਰਮੇ ਹੋਏ ਰਾਮ ਪ੍ਰੀਤਮ ਵਾਹਿਗੁਰੂ, ਮੈਨੂੰ ਆਣ ਕੇ ਮਿਲੋ, ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਮਿਲ ਪਵੋ। ਤੁਹਾਤੋਂ ਬਗੈਰ, ਮਿਲੇ ਤੋਂ ਬਗੈਰ ਮੈਨੂੰ ਧੀਰਜ, ਧੀਰਜ ਦਾ ਮਤਲਬ ਹੁੰਦਾ ਹੈ ਇੱਕ ਟਿਕਾ, ਕਿਤੋਂ ਹੋਰ ਨਹੀਂ ਧੀਰਜ ਮਿਲਣਾ। ਕੋਈ ਧੀਰਜ ਵਾਲਾ ਦੇਣ ਵਾਲਾ ਵੀ ਨਹੀਂ ਆ ਕੋਈ। ਮੈਨੂੰ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਧੀਰਜ, ਜਦੋਂ ਆਪਾਂ ਕੋਈ ਰੋਗ ਸੋਗ ਦੇ ਵਿੱਚ ਜੀ ਬੈਠਾ ਹੋਵੇ, ਆਪਾਂ ਉਹਨਾਂ ਜਾ ਕੇ ਗੱਲਾਂ ਕਰਦੇ ਹਾਂ, ਆਪਾਂ ਕੀ ਕਰਦੇ, ਫਿਰ ਆਪਾਂ ਉਹਨੂੰ ਧੀਰਜ ਦਿੰਦੇ ਹਾਂ। ਉਸ ਨੂੰ ਅਸੀਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਜਾਂ ਸਮਝ ਲਓ ਜਾਣੀ ਕਿ ਕਿਸੇ ਦਾ ਕੋਈ ਨੁਕਸਾਨ ਹੀ ਹੋ ਜੇ, ਫਿਰ ਆਪਾਂ ਉਹਦੇ ਨਾਲ ਜਿਹੜੀਆਂ ਗੱਲਾਂ ਕਰਦੇ ਧੀਰਜ ਉਹਨੂੰ ਦਿੰਦੇ ਹਾਂ ਵੀ ਦੇਖ ਭਾਈ ਬੇਫਿਕਰ ਹੈ, ਕੁਛ ਨਹੀਂ ਹੋਇਆ, ਤੇਰੀ ਰੋਟੀ ਤੇ ਨਹੀਂ ਖੁੱਝ ਗਈ, ਤੇਰਾ ਜੇ ਕੋਈ ਪੈਸਾ ਮਾਰ ਕੇ ਚਲੇਗਾ ਤਾਂ ਕੋਈ ਨਹੀਂ, ਫਿਰ ਕੀ ਹੋਇਆ, ਪ੍ਰਮਾਤਮਾ ਨੂੰ ਤੈਨੂੰ ਦਿੱਤਾ, ਤੂੰ ਗਾਹਾਂ ਦਿੱਤਾ। ਇਹ ਧੀਰਜ ਦੇਣਾ ਹੁੰਦਾ। ਉਹ ਜਿਸ ਵੇਲੇ ਆਪਾਂ ਉਹਨੂੰ ਧੀਰਜ ਦਿੰਦੇ ਹਾਂ ਤੇ ਇਸੇ ਤਰ੍ਹਾਂ ਫਿਰ ਜੀਵ ਫਿਰ ਸਤਿਗੁਰੂ ਨੂੰ ਕਹਿੰਦੇ ਵੀ ਤੁਹਾਡੇ ਤੋਂ ਬਗੈਰ ਮੈਨੂੰ ਕੋਈ ਧੀਰਜ ਦੇਣ ਵਾਲਾ ਨਹੀਂ ਆ, ਇਸ ਕਰਕੇ ਕਿਰਪਾ ਕਰੋ, ਮੈਨੂੰ ਮਿਲੋ ਮੇਰੇ ਨਿਰੰਕਾਰ ਵਾਹਿਗੁਰੂ ਜੀ। ਰਹਾਉ ਸਿਮਰਤ ਸ਼ਾਸਤਰ ਬੋ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ। ਵਾਹਿਗੁਰੂ ਜੀ ਮੈਂ ਬੜੇ ਸਿਮਰਤੀਆਂ ਵੀ ਪੜੀਆਂ ਤੇ ਸ਼ਾਸਤਰ ਵੀ ਬੜੇ ਪੜ੍ਹ ਕੇ ਦੇਖ ਲੈ, ਪਰ ਤੁਹਾਡੇ ਦਰਸ਼ਨ ਉਹਨਾਂ ਦੇ ਵਿੱਚੋਂ ਨਹੀਂ ਹੋਏ। ਪਰ ਹੁਣ ਮੈਨੂੰ ਇਹਨਾਂ ਇਦੂ ਚੀਜ਼ ਦਾ ਗਿਆਨ ਹੋ ਗਿਆ ਆਪ ਜੀ ਦੇ ਪਿਆਰਿਆਂ ਦੇ ਕੋਲੋਂ। ਪ੍ਰਮਾਤਮਾ ਦੇ ਦਰਸ਼ਨ ਉਦੋਂ ਹੀ ਹੁੰਦੇ ਨੇ ਜਦੋਂ ਅਸੀਂ ਨਿਰਮਲ ਬਣ ਜਾਂਦੇ ਹਾਂ, ਪਵਿੱਤਰ ਬਣ ਜਾਂਦੇ ਹਾਂ।
ਉਸ ਪਵਿੱਤਰ ਹੋਣ ਵਾਸਤੇ ਨਾਮ ਦੀ ਕਮਾਈ ਕਰਨੀ ਅਤਿਅੰਤ ਜ਼ਰੂਰੀ ਹੈ, ਸੇਵਾ ਕਰਨੀ ਅਤਿਅੰਤ ਜ਼ਰੂਰੀ ਹੈ, ਅੰਦਰੋਂ ਮੇਰੀ ਖਤਮ ਕਰਨੀ ਅਤਿਅੰਤ ਜ਼ਰੂਰੀ ਹੈ। ਔਰ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਮੈਨੂੰ ਫਿਰ ਸਾਰਾ ਗਿਆਨ ਹੋ ਗਿਆ, ਮੈਂ ਆਪ ਜੀ ਦੇ ਨਾਮ ਦੇ ਨਾਲ ਜੁੜ ਗਿਆ, ਸੇਵਾ ਨਾਲ ਜੁੜ ਗਿਆ, ਮੈਂ ਮੇਰੀ ਖਤਮ ਕਰਨ ਵਾਸਤੇ ਤੁਰ ਪਿਆ। ਪਰ ਤੁਹਾਡੀ ਕਿਰਪਾ ਹੋਵੇ ਤਾਂ ਸਭ ਕੁਝ ਹੋਣਾ। ਸੋ ਇਸ ਕਰਕੇ ਮੈਨੂੰ ਮੇਰੀ ਆਪ ਜੀ ਦੇ ਅੱਗੇ ਅਰਦਾਸ ਹੈ, ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮੈਨੂੰ ਹੁਣ ਸੁੱਖ ਨਹੀਂ ਮਹਿਸੂਸ ਹੋ ਰਿਹਾ। ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸਰਣ ਪ੍ਰਭ ਸੰਗ ਵਸੈ। ਵਾਹਿਗੁਰੂ ਜੀ ਬੜੇ ਵਰਤ ਰੱਖੇ, ਬੜੇ ਨੇਮ ਕੀਤੇ। ਜੇ ਕਿਸੇ ਨੇ ਆਖਿਆ ਵੀ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਚੌਂਕੀਆਂ ਭਰ, ਮੈਂ ਚੌਂਕੀਆਂ ਵੀ ਭਰੀਆਂ। ਬੜੇ ਸੰਜਮ ਵੀ ਕਰਕੇ ਦੇਖ ਲੈ ਭਈ ਤੂੰ ਆਹ ਚੀਜ਼, ਜਿੱਦਾਂ ਹੁਣ ਇੱਥੇ ਬੜਾ ਰੌਲਾ ਕਈ ਵਾਰੀ ਲੋਕ ਪਾਉਂਦੇ ਨੇ, ਅਸੀਂ ਜੀ ਐਤਵਾਰ ਨੂੰ ਮਾਸ ਨਹੀਂ ਖਾਂਦੇ, ਜਾਂ ਕੋਈ ਕਹਿੰਦਾ ਅਸੀਂ ਮੰਗਲਵਾਰ ਨੂੰ ਮਾਸ ਨਹੀਂ ਖਾਂਦੇ। ਪਰ ਕੀ ਬਾਕੀ ਦਿਨਾਂ ਦੇ ਵਿੱਚ ਖਾਣ ਨੂੰ ਤੈਨੂੰ ਲਿਖਿਆ ਹੋਇਆ? ਗੁਰੂ ਨੇ ਤੇ ਕਿਆ ਹੁਕਮ ਦੇ ਦਿੱਤਾ ਵੀ ਤੂੰ ਖਾ ਸਕਦਾ? ਇਹ ਮੈਂ ਕਹਿੰਦਾ ਇਹ ਸਭ ਭਰਮ ਨੇ, ਜਿਹਦੇ ਭਰਮਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ। ਸੋ ਇਸ ਕਰਕੇ ਕਹਿੰਦੇ ਅਸੀਂ ਇਦਾਂ ਦੇ ਕਰਮ ਕਰ ਕਰਕੇ ਥੱਕ ਚੁੱਕੇ ਹਾਂ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਨਾਨਕ ਸਾਧ ਸਰਣ ਪ੍ਰਭ ਸੰਗ ਵਸੇ। ਜਦੋਂ ਸਾਨੂੰ ਪਤਾ ਹੈ, ਹੁਣ ਭਰੋਸਾ ਵੱਜ ਗਿਆ ਕਿ ਜਿਹੜੇ ਆਪ ਜੀ ਦੇ ਬਖਸ਼ੇ ਹੋਣ ਦੀ ਸੰਗਤ ਹੈ, ਸਾਧ ਸੰਗਤ ਹੈ ਜਿਹੜੀ ਆਪ ਜੀ ਦੀ, ਉਹਦੇ ਵਿੱਚ ਆਪ ਪ੍ਰਭੂ ਜੀ ਖੁਦ ਵਸ ਰਹੇ ਹੋ। ਆਸਾ ਮਹਿਲਾ ਪੰਜਵਾਂ ਕਰ 15ਵਾਂ ਪੜਤਾਲ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਰਾਗ ਆਸਾ ਦੇ ਵਿੱਚ ਪੰਚਮ ਪਾਤਸ਼ਾਹ ਕਿਰਪਾ ਕਰਦੇ ਨੇ। ਸੁਰਤਾਲ 15ਵਾਂ ਦੇ ਵਿੱਚ, ਪੜਤਾਲ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਸੁਰ ਗਿਆਨ ਹੈ ਭਾਈ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪੂਰਾ ਪਤਾ ਹੈ। ਮੈਂ ਤਾਂ ਤੁਹਾਡੇ ਕੋਲੋਂ ਪਹਿਲਾਂ ਅੱਗੇ ਵੀ ਮਾਫੀ ਮੰਗੀ ਚੁੱਕੇ ਸੀ, ਹੁਣ ਵੀ ਦੋਨੋਂ ਜਣੇ ਬੇਅੰਤ ਵਾਰ ਮਾਫੀ ਮੰਗਦੇ। ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਗਿਆਨ ਹੈ, ਸੁਰਤਾਲਾਂ ਦਾ। ਪਰ ਨਿਰੰਕਾਰ ਨੇ ਬਾਣੀ ਜ਼ਰੂਰ 31 ਰਾਗਾਂ ਦੇ ਵਿੱਚ ਉਚਾਰਨ ਕੀਤੀ, ਇਹ ਪਤਾ ਹੈ। ਪਰ ਇੱਥੇ ਉਹਨਾਂ ਨੂੰ ਜਿਹੜੇ ਗਾਇਨ ਕਰਨ ਦਿੰਦੇ ਨੇ, ਉਹਨਾਂ ਵਾਸਤੇ ਮਹਾਰਾਜ ਨੇ ਇਹ ਹਦਾਇਤ ਦਿੱਤੀ ਹੈ, ਉਹਨਾਂ ਨੂੰ ਇਹ ਹੁਕਮ ਲਾਇਆ ਹੈ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੇ ਛੋਟਾ ਮੰਗਲ ਲਾਉਂਦੇ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਖੋਜ ਵਾਸਤੇ ਸੰਸਾਰ ਦੇ ਉੱਤੇ ਆਏ ਹਾਂ, ਉਹਦੇ ਕੋਲੋਂ ਗਿਆਨ ਲੈ ਕੇ ਉਹਦੇ ਤੱਕ ਪਹੁੰਚ ਸਕਦੇ ਹਾਂ, ਜਿਹੜਾ ਪ੍ਰਸਾਦ ਗਿਆਨ ਹੋ ਗਿਆ। ਵਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੇ। ਇਹ ਜੀਵ ਮਾਇਆ ਦੇ ਨਸ਼ੇ ਦੇ ਵਿੱਚ, ਜਿਹੜਾ ਤੂੰ ਵਿਕਾਰਾਂ ਦੇ ਵਿੱਚ ਨਾਲ ਬੱਝਾ ਹੋਇਆ ਸੁੱਤਾ ਪਿਆ ਹੈ, ਜਿਹੜਾ ਕਿ ਤੈਨੂੰ ਬੁਰੇ ਭਲੇ ਦਾ ਕੋਈ ਗਿਆਨ ਨਹੀਂ ਆ ਰਿਹਾ। ਪਕੜ ਕੇ ਇਸ ਜਮ ਉਠਾਰਿਓ, ਤਦ ਹੀ ਕਰ ਜਾਵੇ। ਜਿਸ ਵੇਲੇ ਫਿਰ ਤੂੰ ਇਸ ਨੀਂਦ ਦੇ ਵਿੱਚ ਸੁੱਤਿਆ ਜਾਗਿਆ ਨਾ, ਤਾਂ ਤੈਨੂੰ ਕੇਸਾਂ ਤੋਂ ਜਮ ਨੇ ਆਣ ਕੇ ਫੜ ਕੇ ਲੈ ਜਾਣਾ। ਤੇ ਫਿਰ ਤਾਂ ਉਹ ਉਦੋਂ ਘਰ ਦੇ ਵਿੱਚ ਜਾਣਾ ਜਿਹੜਾ ਜਮਾਂ ਦਾ ਘਰ ਹੈ। ਉਸ ਵੇਲੇ ਤੈਨੂੰ ਪ੍ਰਤੱਖ ਇਹਦੂ ਚੀਜ਼ ਦੀ ਬੜੀ ਚਿੰਤਾ ਵੀ ਲੱਗਣੀ ਹੈ। ਤੈਨੂੰ ਉਸ ਵੇਲੇ ਜਮਾਂ ਨੇ ਲਿਜਾ ਕੇ ਇੱਕ ਧਰਮਰਾਜ ਦੇ ਮੂਹਰੇ ਖੜਾ ਕਰਕੇ ਜੋ ਵੀ ਤੇਰੇ ਕੀਤੇ ਹੋਏ ਇਹਦੂ ਸੰਸਾਰ ਦੇ ਉੱਤੇ ਪਾਪ ਨੇ, ਉਹਨਾਂ ਦੀ ਤੈਨੂੰ ਸਜ਼ਾ ਭੁਗਤਣੀ ਪੈਣੀ ਹੈ। ਲੋਭ ਵਿਖਿਆ ਵਿਖਣ ਲਾਗੈ, ਫਿਰ ਵਿਤ ਚਿਤ ਦੁਖਾਹੀ। ਦੇਖ ਜਿਹੜਾ ਲੋਭ ਦੇ ਵਿੱਚ ਤੂੰ ਫਸਿਆ ਹੋਇਆ ਹੈ, ਮੋਹ ਮਾਇਆ ਦੇ ਵਿੱਚ, ਤੇ ਜਿਹੜੇ ਲੋਭ ਵਰਗੇ ਜ਼ਹਿਰ ਵਰਗੇ ਪਦਾਰਥ ਵੀ ਤੂੰ ਛਕ ਰਿਹਾ ਹੈ, ਵਿਖੇ ਲਾਗੇ ਉਹ ਜ਼ਹਿਰ ਵਾਲੀਆਂ ਚੀਜ਼ਾਂ ਜਿਹੜੀਆਂ ਤੂੰ ਖਾ ਰਿਹਾ, ਉਹ ਤੇਰੇ ਸਰੀਰ ਦੇ ਅੰਦਰ ਜ਼ਹਿਰ ਵਾਲਾ ਹੀ ਅਸਰ ਕਰਨਗੇ, ਜਿਹਦੇ ਕਾਰਨ ਕਰਕੇ ਤੇਰਾ ਚਿੱਤ ਜਿਹੜਾ ਹੈ ਉਹ ਹਰ ਵੇਲੇ ਹੀ ਬੜਾ ਦੁਖਦਾਈ ਰਹਿੰਦਾ ਹੈ। ਹੁਣ ਦੇਖੋ, ਕਿਸੇ ਦਾ ਧਨ ਚੋਰੀ ਹੋ ਜਾਵੇ ਜਾਂ ਕੋਈ ਹੋਰ ਚੀਜ਼ ਚੋਰੀ ਹੋ ਜਾਵੇ, ਕਿੰਨਾ ਦੁੱਖ ਲੱਗਦਾ, ਕਿੰਨੀ ਚਿੰਤਾ ਵੱਧਦੀ ਆ। ਇਹ ਜਿਹੜੇ ਸਾਰੇ ਹੁੰਦੇ ਆ, ਇਸੇ ਕਰਕੇ ਮਹਾਰਾਜ ਨੇ ਇਹ ਸਾਰੀਆਂ ਚੀਜ਼ਾਂ ਨੂੰ ਗੁਜਰਾਨ ਤੱਕ ਹੀ ਰੱਖਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਮੇਰੇ ਨਾਲ ਪ੍ਰੇਮ ਪਾਉਣ ਲਈ ਨਹੀਂ ਕਹਿੰਦੇ, ਮੋਹ ਨਹੀਂ ਪਾਉਣ ਲਈ ਕਹਿੰਦੇ, ਗੁਜਰਾਨ ਤੱਕ ਹੀ ਰੱਖਦੇ ਨੇ। ਫਿਰ ਇਸ ਕਰਕੇ ਜੇ ਆਪਾਂ ਇੱਥੇ ਤੱਕ ਮੰਨ ਲਵਾਂਗੇ, ਫਿਰ ਸਾਨੂੰ ਕਿਸੇ ਤਰ੍ਹਾਂ ਦੁੱਖ ਨਹੀਂ ਲੱਗੇਗਾ। ਪਰ ਨਹੀਂ ਤਾਂ ਜਿਸ ਵੇਲੇ ਤੂੰ ਇਹ ਲੋਭ ਦੇ ਵਿੱਚ ਫਸਿਆ ਰਿਹਾ, ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਰਿਹਾ, ਤੈਨੂੰ ਬਹੁਤ ਹਰ ਵੇਲੇ ਚਿੰਤਾ ਦਾ ਰੋਗ ਜਿਹੜਾ ਵੱਡਾ ਹੈ, ਹਨੇਰਾ ਅਗਿਆਨਤਾ ਦਾ, ਉਹਦੇ ਵਿੱਚ ਤੂੰ ਬੜੇ ਦੁੱਖ ਪਾਵੇਂਗਾ। ਖਿਨ ਭੰਗ ਨਾ ਕੈ ਮਾਨ ਮਾਤੇ, ਅਸੁਰ ਜਾਣੈ ਨਾਹੀ। ਇੱਕ ਖਿਨ ਵਿੱਚ, ਖਿਨ ਹੁੰਦੀ ਅੱਖ ਝਮਕਣ ਨਾਲ ਸਮਾਂ, ਭੰਗਣਾ, ਜਿਹੜਾ ਭੰਗਣਾ ਦਾ ਮਤਲਬ ਹੁੰਦਾ ਨਾਸ਼ ਹੋ ਜਾਣਾ, ਭੱਜ ਜਾਣਾ, ਟੁੱਟ ਜਾਣਾ। ਇਹ ਜਿਹੜੇ ਸਾਰੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਜਿਹੜੇ ਮਾਇਆ ਦੇ ਬੰਧਨ ਨੇ, ਇਹ ਤਾਂ ਖਿਨ ਭੰਗਣਾ ਕਿ ਮਾਨ ਮਾਤੇ। ਤੂੰ ਜਿਹੜੇ ਉਹ
ਇਹ ਜਿਹੜੇ ਚੀਜ਼ਾਂ ਵਸਤੂਆਂ ਨੇ, ਇਹ ਜਿਹੜੇ ਤੱਤ ਨੇ, ਇਹ ਜਿਹੜੇ ਖਿਡੌਣੇ ਨੇ, ਇਹ ਸਾਰੇ ਭਾਈ ਇੱਕ ਅੱਖ ਦੇ ਸਮੇਂ ਦੇ ਵਿੱਚ ਭੰਜਣ ਵਾਲੇ ਨੇ, ਨਾਸ਼ਵੰਤ ਨੇ। ਇਸ ਕਰਕੇ ਤੂੰ ਇਹਨਾਂ ਦੇ ਵਿੱਚ ਕਾਹਤੇ ਮਸਤ ਹੋ ਕੇ ਬੈਠਾ ਹੋਇਆ, ਪਰ ਜਿਹੜਾ ਉਹ ਪ੍ਰਮਾਤਮਾ ਵਾਹਿਗੁਰੂ ਸਭ ਕੁਝ ਦੇਣ ਵਾਲਾ, ਤੂੰ ਉਹਨੂੰ ਜਾਣਦਾ ਹੀ ਨਹੀਂ। ਰਹਾਉ वेद शास्त्र जन पुकारे सुने नाही डोरा। उस अकाल पुरख सच्चे पातशाह दी वडियाई है। वेद शास्त्र उच्ची उच्ची बोल बोल के पकार पकार के दस रहे ने, पर तू इन्ना बोला हो चुकिया है, कन्ना दे विच पता नहीं तू केड़ा सिक्का घोल के पाया होया, तू उस उपदेश नूं सुनदा ही नहीं। निपट बाजी हार मुका पछतायो मन पोरा। जिस वेले तू सवासां दी पूंजी निपट बाजी, जिस वेले तेरे सवास खत्म हो गए, ये जीवन दी बाजी नूं तू हार गया, ये तेरा समा संसार दे उत्ते तेरा मुक गया। जदों जम तेनों पकड़ के लैके जाणगे, तू बहुत उस वेले तेरे मन दे विच पछतावा आवेगा। दान सगल गैर वजह भरिया, दीवान लेखे ना भरिया। हुण दान सगल, दान कहंदे ने जिहड़ा कि सानू कोई फाइन हो जाना, कोई डन लग जाना। देखो इस संसार दे एक हीरो रीत है, जिहड़ा सानू कोई पुलिस वालों कार दे विच जां होर किसी वस्तु दे विच जां किसी होर टैक्स टुक्स वालियां दे विचों कोई सानू डन लग जाए, जाने कि फाइन हो जाए, असीं हस के भर दिंदे आ। पर जे किते गरीब घर दे विच आण के दरवाजा खड़का ते आखदे भाई मैनूं 2 रोटियां दे, धक्के मार के बाहर कढ दे। हुण दान देना जिहड़ा ये असीं चंगा समझदे आ, दान देना चंगा समझदे नहीं। उस नूं 2 रोटियां नहीं असीं दे सकदे। महाराज कहंदे इत्ते देख, जिहड़ा तैनूं ओ फिर दान लगना, जिहड़ा तैनूं ओ जमा ने लाउणा, ओ तैनूं भरना पाना ते हस के भरना। कहंदा गैर वाजे भरिया, पर तू जिहड़ा ढंगां दे नाल, गैर ढंगां दे नाल जिहड़े ते खजाने भरपूर होए ने, ये सारे तेरे खत्म हो जाने ने। दीवान लेखे ना भरिया, पर ये चीज़ां तैनूं रत्ती मात्र भी तेरे नाल इस संसार दे उत्तों ओ निरंकार दे दर दे उत्ते तेरे कोई सहायक नहीं बन गईयां। जे है कारज रहे ओला, सोए काम न करया। जिस काम करन दे नाल वाहिगुरू सच्चे पातशाह ने तेरी पत रखनी सी, पर्दा पा के तेनू रखना सी, तै वो काम कीता ही नहीं। वो तो काम फिर ओही जिहड़ा बार बार आपां तुहाडे चैनल 'च बेनतियां करी जाने हाँ भी नाम जपना, सेवा करनी। कहंदे तू वो तो काम कीता ना जिहदे कारण करके तेरा पर्दा बनिया रहना सी। पर तू जिहड़े काम करने आ, की तू उन्हां दे नाल तो सचमुच ही जिन्हां दे नाल जुड़िया होया उत्ते ते करे काम आउण वाले हन। ऐसो जग मोहे गुर देखायो, तो एक कीरत गाया। गुरु निरंकार सच्चे पातशाह ने गुरमुखां नूं इह जग नूं मिथ्या रूप जान दिखाया है, झूठा दिखाया है। कहंदे एक वाहिगुरु दी कीर्ति ही है, ओहदी कीती होई वडियाई ही है, जिहड़ी इथों संसार तो साडे नाल सानू मुक्ति आ जीवन दी बाजी जितण दे विच साडी सहायता करदी है। मान तान तज सियानप शरण नानक आया। आ भाई गुरु निरंकार दे चरनां दे विच आण के उस दा जन बन जा, उस दा प्यारा बनन वास्ते आ जा, ते मान तान ਜਿਹੜੀਆਂ ਆਪਣੀਆਂ ਵਡਿਆਈਆਂ ਚਤੁਰਾਈਆਂ ਨੇ, ਸਿਆਣਪਾਂ ਨੇ, ਉਹ ਸਾਰੀਆਂ ਛੱਡ ਕੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਜ ਕੇ ਪੈ ਜਾ। ਆਸਾ ਮਹਲਾ ਪੰਜਵਾਂ, ਬਾਪਾਰ ਗੋਬਿੰਦ ਨਾਏ, ਸਾਧ ਸੰਤ ਮਨਾਏ, ਪ੍ਰਿਯ ਪਾਏ, ਗੁਣ ਗਾਏ, ਪੰਚ ਨਾਦ ਤੂਰ ਵਜਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਕਹਿੰਦੇ ਨੇ ਆ ਜਾ। कहते वपार गोबिंद नाए, वपार कर, सौदा कर, कमाई कर उस गोबिंद अकाल पुरख दी। गो धरती, बिंद जिहड़ा बनाउण वाला ओहदे नाम दा कहंदे तू वपार कर, ओहदी कमाई कर। साध संत मनाए, साधु संतां दी शरण दे विच चले जा, उत्थे जाके उन्हां दा सेवादार बन जा, उन्हां दे नाल बैठ के गुण गा, पंच नाद तूर बजाए। कहंदे जिहड़े उस अकाल पुरख दे नाम पंच श्रेष्ठ, उच्चा इत्थे पंच इत्थे उन्होंने आख्या है।
ਕਹਿੰਦੇ ਉਹ ਜਿਹੜਾ ਪੰਜ ਸਭ ਤੋਂ ਉੱਚਾ ਸਤਨਾਮ ਵਾਹਿਗੁਰੂ ਦਾ ਨਾਮ ਹੈ, ਉਹ ਨਾਦ ਨੂੰ ਵਜਾਉਣਾ ਸ਼ੁਰੂ ਕਰ। ਤੇ ਜਿਸ ਵੇਲੇ ਉਹ ਨਾ ਵਜਾਏਗਾ ਉਸ ਨੂੰ, ਤਾਂ ਉਸ ਵੇਲੇ ਤੈਨੂੰ ਉਹ ਪਰਮਾਤਮਾ ਪ੍ਰਾਪਤ, ਪਰਮਾਤਮਾ ਨੂੰ ਤੂੰ ਪਾਉਣਾ ਕਰ ਲਵੇਂਗਾ। ਰਹਾਓ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਓ। ਜਦੋਂ ਤੂੰ ਇਸ ਤਰ੍ਹਾਂ ਬਣ ਗਿਆ, ਆਣ ਕੇ ਗੁਰੂ ਨਿਰੰਕਾਰ ਦੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਆ ਗਿਆ, ਉਹ ਨਾਮ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਜੀ ਆਪ ਤੇਰੇ ਉੱਤੇ ਕਿਰਪਾ ਕਰਨਗੇ। ਸਹਜਾਏ ਆਪ ਹੀ ਆਣ ਕੇ ਕਿਰਪਾ ਕਰਕੇ ਤੇਰੇ ਉੱਤੇ ਤੈਨੂੰ ਦਰਸ਼ਨ ਦੇ ਦੇਵਣਗੇ। ਕਹਿੰਦੇ ਅਬ ਰਾਤਿਆ ਗੋਬਿੰਦ ਸਿਓ, ਤੇ ਤੇਰੇ ਉੱਤੇ ਏਡੀ ਕਿਰਪਾ ਹੋ ਜਾਏਗੀ, ਤੂੰ ਸਤਿਗੁਰ ਵੱਲੋਂ ਸਾਰੇ ਗੁਣ ਤੈਨੂੰ ਪ੍ਰਾਪਤ ਹੋ ਜਾਣਗੇ। ਉਹ ਗੁਣਾਂ ਦੇ ਰਾਹੀਂ ਤੂੰ ਆਨੰਦ ਤੇ ਸੁਖ ਦੇ ਵਿੱਚ ਆਪਣਾ ਜੀਵਨ ਬਤੀਤ ਕਰੇਗਾ। ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ। ਸੰਤਾਂ ਦੀ ਸੇਵਾ ਕਰਨ ਦੇ ਨਾਲ, ਬਖਸ਼ਿਆਂ ਦੀ ਸੰਗਤ ਦੇ ਨਾਲ ਸਾਨੂੰ ਸੇਵਾ ਕਰਨ ਦੇ ਨਾਲ ਪ੍ਰੀਤ ਪੈਂਦੀ ਵਾਹਿਗੁਰੂ ਦੇ ਨਾਲ। ਨਾਥ ਇੱਥੇ ਅਕਾਲ ਪੁਰਖ ਨੂੰ ਆਖਿਆ ਹੈ, ਉਹਦੇ ਨਾਲ ਸਾਡੀ ਪ੍ਰੀਤੀ ਪ੍ਰੇਮ ਪੈਣ ਲੱਗ ਪੈਂਦਾ। ਉਹਦੇ ਨਾਲ ਪ੍ਰੇਮ ਕਿਹੜੇ ਰੂਪ ਦੇ ਵਿੱਚ ਪੈਂਦਾ? ਅਸੀਂ ਨਾਮ ਤੇ ਆਉਂਦੇ ਹਾਂ। ਉਹ ਨਾਮ ਦਾ ਜਿਹੜਾ ਰੰਗ ਹੈ ਲਾਲਨ ਲਾਏ, ਉਹ ਨਾਮ ਦਾ ਰੰਗ ਸਾਨੂੰ ਐਸਾ ਚੜ੍ਹਨਾ ਸ਼ੁਰੂ ਹੋ ਜਾਂਦਾ, ਉਹ ਵਾਹਿਗੁਰੂ ਕਰਦੇ ਕਰਦੇ ਅਸੀਂ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ ਅਭੇਦ ਹੋ ਜਾਂਦੇ ਆ, ਰੰਗ ਦੇ ਵਿੱਚ ਰੰਗੇ ਜਾਂਦੇ ਹਾਂ। ਗੁਰ ਗਿਆਨ ਮਨ ਦਿਰੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ। ਗੁਰੂ ਨਿਰੰਕਾਰ ਦੇ ਕੋਲੋਂ ਗਿਆਨ ਲੈ ਕੇ ਜਿਸਲੇ ਤੂੰ ਨਾਮ ਨੂੰ ਮਨ ਦੇ ਵਿੱਚ ਦ੍ਰਿੜਾਵੇਂਗਾ, ਰਹਿਸਾਏ, ਰਹਿਸਾਏ ਦਾ ਮਤਲਬ ਇਹ ਹੁੰਦਾ ਹੈ ਕਿ ਤੈਨੂੰ ਜਿਹੜੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਦੇ ਖਜ਼ਾਨੇ ਨੇ, ਤੈਨੂੰ ਉਹ ਤੂੰ ਜਦੋਂ ਰਹਿਸਾਏ, ਤੈਨੂੰ ਉਸ ਵੇਲੇ ਤੇਰੀ ਭਟਕਣਾ ਖਤਮ ਹੋ ਜਾਏਗੀ। ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਤੈਨੂੰ ਜਦੋਂ ਗਿਆਨ ਹੋ ਗਿਆ, ਤੇਰੀ ਭਟਕਣਾ ਖਤਮ ਹੋ ਗਈ। ਤੂੰ ਜਿਹੜੀ ਭਟਕਣਾ ਤੂੰ ਛੱਡ ਕੇ ਸਹਿਜ ਅਵਸਥਾ ਦੇ ਵਿੱਚ ਆ ਜਾਏਗਾ। ਮਨ ਨਿਧਾਨ ਪਾਏ, ਜਦੋਂ ਤੇਰਾ ਮਨ ਭਟਕਣਾ ਨੂੰ ਛੱਡ ਕੇ ਅਡੋਲਤਾ ਦੇ ਵਿੱਚ ਭਾਈ ਆਣ ਕੇ ਬੈਠ ਗਿਆ, ਉਹ ਵਾਹਿਗੁਰੂ ਦੇ ਨਾਲ ਜੁੜ ਗਿਆ, ਤੇ ਨਿਰੰਕਾਰ ਸਾਰੇ ਹੀ ਆਪਣੇ ਖਜ਼ਾਨੇ ਜਿਹੜੇ ਆਨੰਦ ਦੇ ਤੇ ਸੁਖ ਦੇ ਉਹ ਤੈਨੂੰ ਬਖਸ਼ ਦੇਣਗੇ। ਤੇਰਾ ਜਨਮ ਮਰਨ ਦਾ ਚੱਕਰ ਤੱਕ ਵੀ ਖਤਮ ਵਾਹਿਗੁਰੂ ਜੀ ਕਰ ਦੇਣਗੇ। ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ। ਇਹ ਨਾਮ ਦੇ ਵਿੱਚ ਤਾਂ ਐਡੀ ਤਕੜੀ ਵਡਿਆਈ ਵਾਹਿਗੁਰੂ ਜੀ ਕਹਿੰਦੇ ਨੇ, ਕਹਿੰਦੇ ਤੇਰੀਆਂ ਜਿਹੜੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਕਰਨ ਵਾਲਾ ਇਹੀ ਆ, ਤੇਰੀਆਂ ਕਲਪਨਾ ਖਤਮ ਕਰਨ ਵਾਲਾ ਵੀ ਇਹੀ ਵਾਹਿਗੁਰੂ ਦਾ ਨਾਮ ਹੈ। ਚਿਰ 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 ਭਇਆ, ਬਹੁਤ ਮਨ ਬਹੁਤ ਪਿਆਸ ਲੱਗੀ, ਬੜੇ ਚਿਰਾਂ ਤੋਂ ਪਤਾ ਨਹੀਂ ਕਿੰਨੇ ਕੁ ਜਨਮਾਂ ਤੂੰ ਪ੍ਰਮਾਤਮਾ ਵਾਹਿਗੁਰੂ ਦੇ ਤੋਂ ਵਿਛੜਿਆ ਹੋਇਆ ਹੈ। ਭਾਈ ਭਗਤ ਰਵਿਦਾਸ ਜੀ ਕਹਿੰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਇਹ ਤੋਂ ਅਮਨ ਭਾਵ ਹੁੰਦਾ ਕਿ ਬੜੇ ਜਨਮ ਅਸੀਂ ਭਟਕਦੇ ਇਹ ਮਨੁੱਖਾ ਦੁਰਲਭ ਦੇ ਪਾਈ ਹੋਈ ਹੈ। ਇਹਦੇ ਵਿੱਚ ਆਪਾਂ ਹੁਣ ਬੈਠ ਕੇ ਉਹ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ। ਕਹਿੰਦੇ ਬੜੇ ਚਿਰ ਤੋਂ ਮੈਂ ਭੌਂਦਾ ਹੋਇਆ, ਜੁਗਾਂ ਦੇ ਵਿੱਚ ਭੌਂਦਾ ਅਖੀਰ ਦੇ ਉੱਤੇ ਆ ਗਿਆ। ਮਾਲਕ ਸੱਚੇ ਪਾਤਸ਼ਾਹ ਮਨ ਬਹੁਤ ਪਿਆਸੀ, ਹੁਣ ਬਹੁਤ ਮਨ ਦੇ ਵਿੱਚ ਪਿਆਸ ਲੱਗੀ ਆਪ ਜੀ ਦੇ ਮਿਲਾਪ ਦੀ। ਹਰਿ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ। ਇਹ ਮੇਰੇ ਗੁਰੂ ਪਿਆਰਿਓ, ਹੁਣ ਮੈਨੂੰ ਉੱਤੇ ਕਿਰਪਾ ਕਰੋ, ਮੈਨੂੰ ਉਹ ਮਾਰਗ ਦੇ ਉੱਤੇ ਤੋਰੋ ਜਿਸ ਮਾਰਗ ਦੇ ਰਾਹੀਂ ਮੈਂ ਆਪਣੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਸਕਾਂ। ਹੁਣ ਮੈਨੂੰ ਦਰਸ਼ਨ ਹੋ ਜਾਣ, ਮੈਨੂੰ ਉਹ ਦੱਸੋ ਰਸਤਾ ਮਾਲਕ, ਮੇਰੇ ਮਾਲਕ ਦਾ ਦਰ ਦਾ। ਨਾਨਕ ਦੀਨ ਸ਼ਰਨ ਆਏ ਗਲ ਲਾਏ। ਜਿਸ ਵੇਲੇ ਇਸ ਤਰ੍ਹਾਂ ਆਣ ਕੇ ਅਰਦਾਸਾਂ ਕਰਨਾ ਪੈਂਦੇ ਆ, ਤਾਂ ਫਿਰ ਕੀ ਹੁੰਦਾ? ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹ ਦੀਨ, ਜਿਹਦਾ ਕੋਈ ਨਹੀਂ, ਆਪਣੇ ਆਪ ਨੂੰ ਅਤਿਅੰਤ ਗਰੀਬ ਸਮਝਦਾ ਹੋਵੇ, ਜੋ ਉਹ ਫੇਰ ਕੀ ਕਹਿੰਦਾ ਸ਼ਰਨ ਦੇ ਵਿੱਚ ਆ ਜਾਂਦਾ। ਜਿਹੜਾ ਉਹ ਫੇਰ ਸ਼ਰਨ ਦੇ ਵਿੱਚ ਆ ਜਾਂਦਾ ਨਾ, ਨਿਰੰਕਾਰ ਵਾਹਿਗੁਰੂ ਜੀ ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ, ਆਪਣਾ ਬਣਾ ਲੈਂਦੇ ਨੇ। ਹੁਣ ਇੱਥੇ ਪਹਿਲਾਂ ਆਪਾਂ ਨੂੰ ਇਹ ਅਰਦਾਸ ਕਰਨੀ ਪੈਣੀ ਹੈ, ਭਈ ਹਰ ਦਰਸ਼ਨੋਂ ਦਿਖਾਵੋ ਮੋਹੇ ਤੁਮ ਬਤਾਵੋ। ਹੇ ਗੁਰੂ ਦੇ ਪਿਆਰਿਓ, ਹੇ ਸੰਤ ਜਨੋ, ਭਗਤ ਜਨੋ, ਮੈਨੂੰ ਇਸ ਸਹੀ ਮਾਰਗ ਦੇ ਉੱਤੇ ਤੁਰਨ ਦਾ ਗਿਆਨ ਦੇਵੋ। ਮੈਨੂੰ ਪ੍ਰਮਾਤਮਾ ਨੂੰ ਖੁਸ਼ ਕਰਨ ਦਾ, ਪ੍ਰਮਾਤਮਾ ਦੇ ਮੂਹਰੇ ਅਰਦਾਸਾਂ ਕਰਨ ਦਾ, ਨਾਮ ਦੇ ਰਾਹੀਂ ਆਪਣੇ ਆਪ ਨੂੰ ਪਵਿੱਤਰ ਕਰਨ ਦਾ, ਨਿਰਮਲ ਕਰਨ ਦਾ, ਮੈਨੂੰ ਉਹ ਨਾਮ ਦਾ ਗਿਆਨ ਦੇਵੋ।
ਤੇ ਫਿਰ ਜਾ ਕੇ ਇਹ ਮਨ ਦੇ ਵਿੱਚ ਆਵਾਜ਼ ਨਿਕਲੇਗੀ ਕਿ ਹੇ ਅਕਾਲ ਪੁਰਖ, ਦੀਨਾਂ ਦੇ ਦਿਆਲੂ ਕਿਰਪਾਲੂ ਵਾਹਿਗੁਰੂ, ਅਸੀਂ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ, ਕਿਰਪਾ ਕਰ ਸਾਨੂੰ ਆਪਣੇ ਗਲ ਦੇ ਨਾਲ ਲਾ ਲਾ, ਮਤਲਬ ਸਾਨੂੰ ਆਪਣੇ ਬਣਾ ਲਾ ਵਾਹਿਗੁਰੂ, ਰਹਿਮਤ ਕਰ। ਇੰਨੀ ਹੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।